ਡੀਅਰ ਸਟੂਡੈਂਟ, ਅੱਜ ਆਪਾਂ ਲੈਸਨ ਪੜ੍ਹਦੇ ਹਾਂ ਦ ਮਾਰਚ ਕਿੰਗ ਰਿਟਨ ਬਾय ਕੈਥਰੀਨ ਲਿਟਲ ਬੇਕਲਸ। ਉਸ ਤੋਂ ਬਾਅਦ ਆਪਾਂ ਅੱਜ ਹੀ ਇੱਕ ਹੋਰ ਵੀਡੀਓ ਵੀ ਦੇਖਾਂਗੇ ਜਿੰਦੇ 'ਚ ਇਸ ਦੇ ਕੁਐਸਚਨ ਡਿਸਕਸ ਕਰਾਂਗੇ। ਤੁਸੀਂ ਇਸ ਲੈਸਨ ਨੂੰ ਪਹਿਲਾਂ ਮੇਰੇ ਕੋਲ ਸਮਝਣਾ ਹੈ, ਉਸ ਤੋਂ ਬਾਅਦ ਆਪਾਂ ਕੁਐਸਚਨ ਅਟੈਂਪਟ ਕਰਾਂਗੇ। ਤਾਂ ਬੇਟੇ ਧਿਆਨ ਨਾਲ ਸੁਣੋ। ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਬੇਟੇ ਮਾਰਚ ਕਿੰਗ, ਮਾਰਚ ਜਿਹੜਾ ਹੈਗਾ ਮਾਰਚ ਪਾਸਟ, ਜਿਵੇਂ ਆਪਾਂ ਕਹਿ ਦਿੰਦੇ ਹਾਂ ਜਦੋਂ ਕੋਈ ਫੌਜੀ ਪਰੇਡ ਕਰਦੇ ਆ ਤਾਂ ਉਸ ਪਰੇਡ ਦੇ ਦੌਰਾਨ ਕੋਈ ਮਿਊਜ਼ਿਕ ਪਲੇ ਕੀਤਾ ਜਾਂਦਾ ਹੈ। ਉਹ ਕੰਪੋਜ਼ ਕਰਨ ਵਾਲਾ ਜਿਹੜਾ ਪਰਸਨ ਹੁੰਦਾ ਹੈ ਉਹ ਆਖਰਕਾਰ ਕਿਵੇਂ ਇਸ ਲੈਸਨ ਦੇ ਵਿੱਚ ਜੋਹਨ ਫਿਲਿਪ ਸੋਸਾ ਬਾਰੇ ਦੱਸਿਆ ਵੀ ਉਹ ਆਖਰ ਤੇ ਕਿਵੇਂ ਮਾਰਚ ਕਿੰਗ ਬਣਦਾ ਹੈ, ਵੀ ਉਹਦੇ 'ਚ ਮਹਾਰਤ ਹਾਸਲ ਕਰਦਾ ਹੈ। ਇਹ ਸਾਰੀ ਸਟੋਰੀ ਲੰਬੀ ਸਟੋਰੀ ਹੈ, ਆਪਾਂ ਸਮਝਣੀ ਹੈ ਕੀ ਚੇਂਜਸ ਆਉਂਦੀਆਂ, ਤੇ ਵੈਸੇ ਇਹ ਪ੍ਰੇਰਨਾਦਾਇਕ ਵੀ ਬਹੁਤ ਹੈ ਆਪਣੇ ਲਈ। ਤਾਂ ਬੇਟੇ ਧਿਆਨ ਨਾਲ ਸੁਣਨਾ ਹੈ, ਮੈਂ ਤੁਹਾਨੂੰ ਲੈਸਨ ਰੀਡ ਕਰਵਾਉਣਾ ਪਹਿਲਾਂ, ਉਹਦੇ ਵਿੱਚੋਂ ਤੁਸੀਂ ਚੀਜ਼ਾਂ ਨਾਲ ਵੀ ਸਿੱਖੋਗੇ ਤੇ ਬਾਅਦ ਵਿੱਚ ਆਪਾਂ ਕੁਐਸਚਨ ਵੀ ਚੈੱਕ ਕਰਾਂਗੇ ਵੀ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ। ਤਾਂ ਮੈਂ ਸਟੋਰੀ ਸਟਾਰਟ ਕਰਦਾ। ਜੋਹਨ ਫਿਲਿਪ ਸੋਸਾ ਸਟੂਡ ਔਨ ਦਾ ਕੋਰਨਰ ਵਿਦ ਹਿਜ਼ ਮਦਰ ਵਾਚਿੰਗ ਏ ਪਰੇਡ ਪਾਸ ਬਾਈ। ਹੁਣ ਇੱਕ ਪਰੇਡ ਲੰਘਦੀ ਪਈ ਹੈ ਤੇ ਜੋਹਨ ਫਿਲਿਪ ਸੋਸਾ ਜਿਹੜਾ ਲੜਕਾ ਹੈ ਉਹ ਆਪਦੀ ਮਾਤਾ ਦੇ ਨਾਲ ਇੱਕ ਕਾਰਨਰ ਵਿੱਚ ਖੜਾ ਹੈ। The United States Marine Band was rapidly coming closer to where they stood. ਹੁਣ ਯੂਨਾਈਟਿਡ ਸਟੇਟਸ ਨਾ ਬੇਟੇ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਉਹਦਾ ਮੈਰੀਨ ਬੈਂਡ ਹੈ। ਮੈਰੀਨ ਬੈਂਡ ਨਾਮ ਯਾਦ ਰੱਖਣਾ ਹੈ। ਉਹ ਕਲੋਜ਼ ਆ ਰਿਹਾ, ਉਹਨਾਂ ਵਾਲੇ ਪਾਸੇ ਵੱਧਦਾ ਪਿਆ ਹੈ। ਜੋਹਨ ਫਿਲਿਪ ਸੋਸਾ ਉਸ ਨੂੰ ਵੇਟ ਕਰ ਰਿਹਾ ਉਹਦੀ ਮਦਰ ਨਾਲ ਆਉਣ ਦੀ। ਫਿਲਿਪ jumped up and down and cried excitedly, look mama, there is papa now. ਕੀ ਹੋ ਰਿਹਾ ਹੈ ਉਸ ਮਾਰਚ ਪਾਸਟ ਦੇ ਵਿੱਚ, ਉਸ ਪਰੇਡ ਦੇ ਵਿੱਚ ਕੌਣ ਵਿੱਚ ਪਾਰਟਿਸਿਪੇਟ ਕਰ ਰਿਹਾ? ਉਸ ਦਾ ਫਾਦਰ। ਜਦੋਂ ਉਹ ਆਪਦੇ ਪਿਤਾ ਨੂੰ ਦੇਖਦਾ ਹੈ ਤਾਂ ਉਹ ਬਹੁਤ ਜ਼ਿਆਦਾ ਐਕਸਾਈਟਡ ਹੋ ਜਾਂਦਾ ਹੈ, ਬਹੁਤ ਜ਼ਿਆਦਾ ਉਤਸ਼ਾਹਿਤ ਹੋ ਜਾਂਦਾ। ਉਹ ਜੰਪ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਆਪਦੀ ਮੰਮਾ ਨੂੰ ਕਹਿੰਦਾ ਹੈ ਉਹ ਦੇਖੋ ਪਾਪਾ ਆ ਗਏ। ਮਾਰਚਿੰਗ ਅਲੋਂਗ ਇਨ ਦਾ ਬ੍ਰਾਸ ਸੈਕਸ਼ਨ ਮਿਸਟਰ ਸੋਸਾ ਲੁਕਡ ਵੈਰੀ ਹੈਂਡਸਮ। ਹੁਣ ਮਿਸਟਰ ਸੋਸਾ ਜਿਹੜਾ ਉਹਦਾ ਪਿਤਾ ਹੈ ਉਹ ਕਿਹੜੇ ਸੈਕਸ਼ਨ ਵਿੱਚ ਕੰਮ ਕਰਦਾ ਹੈ? ਬ੍ਰਾਸ ਸੈਕਸ਼ਨ। ਉਹ ਜਦੋਂ ਲੰਘ ਰਿਹਾ ਹੀ ਵਿੰਕਡ ਐਜ਼ ਹੀ ਵੈਂਟ ਬਾਈ। ਜਦੋਂ ਉਹ ਕੋਲੋਂ ਲੰਘਦਾ ਨਾ ਉਹ ਵਿੰਕਡ ਬਣਦਾ ਬੇਟੇ ਅੱਖ ਮਾਰਨੀ, ਜਿਵੇਂ ਕਹੋ ਆਪਾਂ ਅੱਖ ਮਾਰ ਕੇ ਇਸ਼ਾਰਾ ਕਰਦੇ ਹਾਂ, ਤਾਂ ਕਹਿੰਦਾ ਮਤਲਬ ਉਹ ਲੰਘਦਾ ਹੋਇਆ ਉੱਥੋਂ ਆਪਦੇ ਬੇਟੇ ਨੂੰ, ਜੋਹਨ ਫਿਲਿਪ ਸੋਸਾ ਨੂੰ, ਤਾਂ ਉਹਨੂੰ ਵਿੰਕ ਵੀ ਕਰਦਾ ਤੇ ਅੱਗੋਂ ਫਿਲਿਪ ਗ੍ਰੀਨਡ ਬੈਕ, ਫਿਲਿਪ ਅੱਗੋਂ ਗ੍ਰੀਨ ਕਰਦਾ ਹੈ, ਮਤਲਬ ਹਲਕਾ ਜਿਹਾ ਹੱਸਦਾ ਹੈ। ਨੈਕਸਟ ਲਾਈਨ ਇੰਪੋਰਟੈਂਟ, ਫਿਲਿਪ ਲਵਡ ਬੈਂਡਸ। ਫਿਲਿਪ ਨੂੰ ਇਸ ਤਰ੍ਹਾਂ ਦੇ ਬੈਂਡਸ ਬੜੇ ਚੰਗੇ ਲੱਗਦੇ ਸੀ। ਐਂਡ ਦਾ ਨੇਸ਼ਨਸ ਕੈਪੀਟਲ ਵਾਜ਼ ਏ ਫਾਈਨ ਪਲੇਸ ਟੂ ਹੀਅਰ ਦੈਮ ਡਿਊਰਿੰਗ ਦਾ ਅਰਲੀ 1860s। ਦੇਖੋ ਬੇਟੇ, ਜਿਹੜਾ ਬੱਚਾ ਇਹ ਫਿਲਿਪ ਸੋਸਾ ਹੈ ਉਹ ਜਿਹੜੇ ਪਲੇਸ 'ਤੇ ਰਹਿ ਰਿਹਾ ਹੈ, ਜਿੱਥੇ ਉਹ ਜਨਮਿਆ ਹੈ, ਉਹ ਉਸ ਜਗ੍ਹਾ 'ਤੇ ਇਹ ਬੈਂਡ ਜਿਹੜੇ ਹੈ ਇਹ ਕਾਮਨ ਹੈ ਤੇ ਉਹ ਬੱਚੇ ਨੂੰ ਉਹ ਬੜੇ ਪਸੰਦ ਸੀ। ਡਿਊਰਿੰਗ 1860s ਉਹ ਇਸ ਬਾਰੇ ਉੱਥੇ ਉਹ ਸੁਣਦਾ ਸੀ, ਦੇਖਦਾ ਸੀ। ਵਾਸ਼ਿੰਗਟਨ ਵਾਜ਼ ਫੁੱਲ ਆਫ ਬੈਂਡਸ ਐਂਡ ਫਿਲਿਪ ਲਵਡ ਦੈਮ ਆਲ। ਫਿਲਿਪ ਉਹਨੂੰ ਬੜੇ ਪਸੰਦ ਕਰਦਾ ਸੀ, ਜਿਹੜੇ ਵਾਸ਼ਿੰਗਟਨ ਦੇ ਵਿੱਚ ਬੈਂਡਸ ਬਹੁਤ ਸੀਗੇ। ਨਾਓ ਵਿਦ ਰੈਪਚਰ ਮਾਨੇ ਖੁਸ਼ੀ ਹੁੰਦਾ ਹੈ, ਰੈਪਚਰ ਮੀਨ ਹੈਪੀਨੈਸ, ਖੁਸ਼ੀ। ਇਨ ਹਿਜ਼ ਆਈਜ਼ ਹੀ ਵਾਚਡ ਦਾ ਮੈਰਿਨ ਬੈਂਡ ਇਨ ਆਲ ਇਟਸ next page glory means the shan, and as it disappeared down the street he vowed to become a musician. बड़ी important line, he vowed, उसने निश्चय कर लिया, he vowed, उसने निश्चय कर लिया, to become a musician, उसने की बनने का निश्चय कर लिया छोटे ਹੁੰਦਿਆਂ ਹੀ, musician। ਉਹਨੇ ਯਾਦ ਰੱਖਣਾ ਤੁਸੀਂ, ਫਿਲਿਪ ਸੋਸਾ ਆਪਦੇ ਬਚਪਨ ਦੇ ਵਿੱਚ ਜਦੋਂ ਆਪਦੇ ਪਿਤਾ ਨੂੰ ਇਸ ਤਰ੍ਹਾਂ ਜਦੋਂ ਉਹਨਾਂ ਦਾ ਪਲੇ ਹੋ ਰਿਹਾ ਹੁੰਦਾ ਹੈ, ਉਹ ਸਟਰੀਟ ਦੇ ਵਿੱਚ ਉਹ ਦੇਖਦਾ ਹੈ ਤੇ ਉਹ ਆਪਦੇ ਮਨ ਵਿੱਚ ਕੀ ਧਾਰ ਲੈਂਦਾ ਹੈ, ਮੈਂ ਕੀ ਬਣੂੰਗਾ? ਮਿਊਜ਼ੀਸ਼ੀਅਨ। ਉਹਨੇ ਆਪਦਾ ਏਮ
ਫਿਕਸ ਕਰ ਲੈਂਦਾ ਹੈ। ਹੁਣ ਆਪਾਂ ਅੱਗੋਂ ਪੜ੍ਹਦੇ ਹਾਂ। ਸੂਨ 7 year old ਫਿਲਿਪ ਸਟਾਰਟਡ ਟੂ ਅਟੈਂਡ ਏ ਸਕੂਲ ਆਫ ਮਿਊਜ਼ਿਕ। ਹੁਣ ਇੱਕ ਸਕੂਲ ਆਫ ਮਿਊਜ਼ਿਕ ਜੁਆਇਨ ਕਰ ਲੈਂਦਾ ਹੈ ਜਦੋਂ ਉਹ 7 ਸਾਲਾਂ ਦਾ ਹੁੰਦਾ ਹੈ। ਕਿੰਨੇ ਈਅਰ ਦਾ? 7 ਸਾਲਾਂ ਦਾ। ਇਨ ਹਿਜ਼ ਨੇਬਰਹੁੱਡ, ਨੇੜੇ ਹੀ, ਘਰ ਗੁਆਂਢ ਵਿੱਚ ਹੀ। ਹੀ ਲਾਈਕਡ ਆਲ ਹਿਜ਼ ਸਟੱਡੀਜ਼ ਬਟ ਹੀ particularly enjoyed learning to play the violin। ਹੁਣ ਉਹ ਖਾਸ ਤੌਰ ਤੇ ਉਹ ਕਿਹੜੀਆਂ ਹੀ ਚੀਜ਼ਾਂ ਸਿੱਖਣ ਨੂੰ ਇੰਜੋਏ ਕਰਦਾ ਸੀ? ਵਾਇਲਨ। ਵਾਇਲਨ ਇਹ ਯਾਦ ਰੱਖਣਾ ਹੈ ਕਿ ਕਿਸ ਚੀਜ਼ 'ਚ ਇੰਟਰਸਟ ਹੁੰਦਾ? ਟੂ ਪਲੇ ਵਾਇਲਨ। ਇਟ ਵਾਜ਼ ਨਾਟ ਵੈਰੀ ਲੌਂਗ ਬਿਫੋਰ ਹੀ ਐਕਸੈਲਡ ਇਨ ਪਲੇਇੰਗ ਦੈਟ ਇੰਸਟਰੂਮੈਂਟ। ਇੰਸਟਰੂਮੈਂਟ ਕੀ ਹੁੰਦਾ? ਔਜ਼ਾਰ। ਇੱਥੇ ਮਿਊਜ਼ਿਕ ਦਾ ਇੰਸਟਰੂਮੈਂਟ ਕਿਹੜਾ? ਵਾਇਲਨ। ਉਹ ਐਕਸੈਲ ਕਰ ਗਿਆ ਉਹਦੇ 'ਚ, ਬਹੁਤ ਜ਼ਿਆਦਾ ਮਹਾਰਤ ਹਾਸਲ ਕਰ ਲਈ ਉਹਨੇ, ਬੜਾ ਵਧੀਆ ਲੱਗਦਾ ਸੀ। ਫੋਰ ਹੀ ਵਾਜ਼ ਬੋਥ ਟੈਲੈਂਟਡ, ਉਹ ਟੈਲੈਂਟਡ ਸੀ, ਐਂਡ ਈਗਰ ਟੂ ਲਰਨ, ਕਿਉਂਕਿ ਉਹ ਸਿੱਖਣਾ ਚਾਹੁੰਦਾ ਸੀ। ਹੁਣ ਇੱਥੋਂ ਗੱਲ ਬੇਟੇ ਸਮਝਣ ਵਾਲੀ ਕੀ ਹੈ ਵੀ ਜਿਹੜਾ ਇਹ ਬੱਚਾ ਸੋਸਾ ਹੈ, ਜੋਹਨ ਫਿਲਿਪ ਸੋਸਾ, ਇੱਕ ਤਾਂ ਬੇਟੇ ਉਹ ਸਿੱਖਣਾ ਚਾਹੁੰਦਾ ਸੀ, ਈਗਰ ਟੂ ਲਰਨ। ਇੱਕ ਟੈਲੈਂਟਡ ਸੀ, ਉਹਦਾ ਬੜਾ ਝੁਕਾਅ ਸੀਗਾ ਇਹ ਇੰਸਟਰੂਮੈਂਟ ਸਿੱਖਣ ਵਿੱਚ, ਤਾਂ ਫਿਰ ਇਸ ਕਰਕੇ ਉਹ ਬੜਾ ਜਲਦੀ ਇਹ ਚੀਜ਼ ਸਿੱਖ ਗਿਆ। ਤਾਂ ਇੱਥੋਂ ਆਪਾਂ ਸਿੱਖਿਆ ਕੀ ਲੈਣੀ ਹੈ? ਆਪਾਂ ਕੋਈ ਚੀਜ਼ ਬਣਨ ਦਾ ਡਿਸਾਈਡ ਕਰ ਲਓ, ਨਿਸ਼ਚਾ ਕਰ ਲਓ, ਫਿਰ ਉਹਦੇ 'ਤੇ ਵਰਕ ਕਰੋ, ਸਿੱਖੋ, ਤਾਂ ਫਿਰ ਆਪਾਂ ਆਪਦਾ ਏਮ ਹਾਸਲ ਕਰ ਪਾਉਂਦੇ ਹਾਂ। ਬਟ ਫਿਲਿਪ ਡਿਡ ਨਾਟ ਸਪੈਂਡ ਆਲ ਹਿਜ਼ ਟਾਈਮ ਪਲੇਇੰਗ ਦਾ ਵਾਇਲਨ, ਹੀ ਲਵ ਟੂ ਪਲੇ ਬੇਸਬਾਲ ਟੂ। ਹੁਣ ਇਹ ਵੀ ਗੱਲ ਬੇਟੇ ਕੁਐਸਚਨ ਪੁਆਇੰਟ ਦੇ ਵਿਊ ਨਾਲ ਵੀ ਆਪਾਂ ਯਾਦ ਰੱਖਣੀ ਹੈ। ਉਹ ਸਿਰਫ ਵਾਇਲਨ ਪਲੇ ਕਰਨਾ ਹੀ ਪਸੰਦ ਨਹੀਂ ਕਰਦਾ ਸੀ, ਸਾਰਾ ਦਿਨ ਉਹਦੇ 'ਤੇ ਨਹੀਂ ਲੱਗਿਆ ਰਹਿੰਦਾ ਸੀ। ਉਹ ਕਿਹੜੀ ਗੇਮ ਪਸੰਦ ਕਰਦਾ ਸੀ? ਇਹ ਨੋਟ ਕਰ ਲਓ। ਹੀ ਲਵਡ ਟੂ ਪਲੇ ਬੇਸਬਾਲ ਟੂ। ਉਹ ਬੇਸਬਾਲ ਵੀ ਉਸਨੂੰ ਬੜੀ ਪਸੰਦ ਸੀ। ਐਂਡ ਦੈਟ ਇਜ਼ ਵਾਈ ਹੀ ਗੋਟ ਇਨ ਟੂ ਟਰਬਲ ਵਨ ਈਵਨਿੰਗ ਵੈਨ ਹੀ ਵਾਜ਼ 11 years old। ਤੇ ਐਸੇ ਗੇਮ ਕਰਕੇ ਹੀ, ਕਿੰਨੇ ਕਰਕੇ? ਐਸੇ ਗੇਮ ਕਰਕੇ ਹੀ ਉਸਨੂੰ ਇੱਕ ਵਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਕਿੰਨੇ ਸਾਲਾਂ ਦਾ ਸੀ? 11 ਸਾਲਾਂ ਦਾ। ਐਵਰੀ ਈਅਰ ਐਨ ਈਵਨਿੰਗ ਕੰਸਰਟ ਵਾਜ਼ ਗਿਵਨ ਬਾਈ ਦਾ ਮਿਊਜ਼ਿਕ ਸਕੂਲ। ਕੰਸਰਟ ਹੁੰਦਾ ਬੇਟੇ ਇੱਕ ਤਰ੍ਹਾਂ ਦਾ ਪ੍ਰੋਗਰਾਮ ਆਰਗੇਨਾਈਜ਼ ਹੁੰਦਾ ਹੈ, ਜਿਵੇਂ ਮਿਊਜ਼ਿਕ ਦਾ ਪ੍ਰੋਗਰਾਮ, ਤਾਂ ਇਹ ਮਿਊਜ਼ਿਕ ਸਕੂਲ ਦੁਆਰਾ ਆਰਗੇਨਾਈਜ਼ ਕੀਤਾ ਜਾਂਦਾ ਹੈ ਸ਼ਾਮ ਨੂੰ ਹਰ ਸਾਲ। ਦਿਸ ਈਅਰ ਫਿਲਿਪ ਹੈਡ ਬੀਨ ਚੋਜ਼ਨ ਟੂ ਪਲੇ ਏ ਵਾਇਲਨ ਸੋਲੋ। ਹੁਣ ਜਿਹੜਾ ਮਿਊਜ਼ਿਕ ਦਾ ਸਕੂਲ ਹੈ ਉਹਦੇ ਵਿੱਚ ਸ਼ਾਮ ਦੇ ਵੇਲੇ ਜਿਹੜਾ ਕੰਸਰਟ ਹੋਣਾ ਹੈ ਨਾ, ਉਹਦੇ ਵਾਸਤੇ ਕਿਹਨੂੰ ਚੁਣ ਲਿਆ ਗਿਆ ਇਸ ਸਾਲ? ਕਿਹਨੂੰ ਚੁਣ ਲਿਆ ਗਿਆ? ਫਿਲਿਪ ਨੂੰ। ਫਿਲਿਪ ਹੈਡ ਬੀਨ ਚੋਜ਼ਨ ਟੂ ਪਲੇ ਏ ਵਾਇਲਨ ਸੋਲੋ। ਕਾਹਦੇ ਵਾਸਤੇ ਸਿਲੈਕਸ਼ਨ ਹੋਈ ਹੈ? ਟੂ ਪਲੇ ਵਜਾਉਣਾ ਇਹ ਵਾਇਲਨ ਸੋਲੋ। ਸੋਲੋ ਮੈਨੇ ਇਕੱਲੇ ਨੇ। ਹੁਣ ਉਹਦੇ ਇਕੱਲੇ ਦੀ ਪਰਫਾਰਮੈਂਸ ਹੈ ਸੋਲੋ ਮੈਨ ਕੀ ਹੁੰਦਾ? ਇਕੱਲਾ। ਜਿਵੇਂ ਸੋਲੋ ਸੌਂਗਸ ਹੁੰਦੇ ਨਾ, ਇਕੱਲੇ ਨੇ ਗਾਇਆ ਹੋਵੇ, ਤਾਂ ਉਵੇਂ ਵਾਇਲਨ ਕਿੰਨੇ ਚਲਾਣੀ ਹੈ? ਸਿਰਫ ਫਿਲਿਪ ਨੇ, ਉਹਨੂੰ ਚੂਜ਼ ਕਰ ਲਿਆ ਗਿਆ। ਹੁਣ ਤੁਸੀਂ ਦੇਖੋ ਚੂਜ਼ ਕਿਉਂ ਕੀਤਾ ਗਿਆ? ਹੁਣ ਵਧੀਆ ਉਹਦੀ ਪਰਫਾਰਮੈਂਸ ਵਧੀਆ, ਇਸ ਕਰਕੇ ਚੁਣਿਆ ਗਿਆ। ਫॉर several months he had been earning money by directing a small band। ਦੇਖੋ ਬੇਟੇ ਉਹ ਕਈ ਮਹੀਨਿਆਂ ਤੋਂ ਨਾ ਇੱਕ ਛੋਟਾ ਜਿਹਾ ਬੈਂਡ ਹੈ ਉਹਨੂੰ ਡਾਇਰੈਕਟ ਕਰ ਰਿਹਾ ਸੀਗਾ। ਇੱਕ ਉਸੇ ਏਰੀਏ ਦਾ ਕੋਈ ਬੈਂਡ ਹੋਣਾ, ਉਹਦੇ ਵਿੱਚ ਉਹ ਕੰਮ ਕਰਦਾ ਸੀ, ਉਹਨੂੰ ਡਾਇਰੈਕਟ ਕਰਦਾ ਸੀ, ਡਾਇਰੈਕਸ਼ਨ ਦਿੰਦਾ ਸੀ, ਤੇ ਧਨ ਵੀ ਕਮਾ ਰਿਹਾ ਸੀ। ਸੋ ਦਾ ਥਾਟ ਆਫ ਪਲੇਇੰਗ ਇਨ ਦਾ ਕੰਸਰਟ ਡਿਡ ਨਾਟ ਮੇਕ ਹਿਮ ਦਾ ਲੀਸਟ ਬਿਟ ਨਰਵਸ। ਤਾਂ ਫਿਰ ਜਦੋਂ ਦੀ ਡਿਊਟੀ ਲੱਗੀ ਨਾ ਵੀ ਤੂੰ ਵਾਇਲਨ ਸੋਲੋ ਪਲੇ ਕਰਨੀ ਹੈ, ਤਾਂ ਉਹਨੇ ਬਿਲਕੁਲ ਵੀ ਨਰਵਸ ਨਹੀਂ ਫੀਲ ਕੀਤਾ ਵੀ ਮੈਂ ਕਨਫਿਊਜ਼ ਹੋ ਜਾਵਾਂ ਜਾਂ ਪਜ਼ਲ ਹੋ ਜਾਵਾਂ ਵੀ ਮੈਨੂੰ ਕੰਮ ਕਰਨਾ ਪਊਗਾ ਵਾਲਾ। ਹੁਣ ਦੇਖੋ ਕਿਉਂਕਿ ਬੱਚੇ 'ਚ ਕੌਨਫੀਡੈਂਸ ਆ ਚੁੱਕਾ ਹੈ। ਕਿਉਂ ਕੌਨਫੀਡੈਂਸ ਆਇਆ? ਕਿਉਂਕਿ ਉਹ ਪਹਿਲਾਂ ਹੀ ਇੱਕ ਸਮਾਲ ਬੈਂਡ ਨੂੰ ਡਾਇਰੈਕਟ ਕਰ ਰਿਹਾ ਹੈ, ਤਾਂ ਉਹਦੇ 'ਚ ਕੌਨਫੀਡੈਂਸ ਤਾਂ ਬਣਿਆ ਹੀ ਹੋਇਆ ਹੈ। ਅਤੇ ਇਸ ਕਰਕੇ ਜਦੋਂ ਉਹਦੀ ਡਿਊਟੀ ਲੱਗੀ ਨਾ ਵੀ ਤੂੰ ਵਾਇਲਨ ਸੋਲੋ ਪਲੇ ਕਰਨੀ ਹੈ ਇਸ ਕੰਸਰਟ ਦੇ ਵਿੱਚ, ਤਾਂ ਉਹ ਬੜੇ ਕੌਨਫੀਡੈਂਸ ਨਾਲ ਉਹ ਇਹ ਕੰਮ ਕਰ ਸਕਦਾ ਸੀ, ਇਸ ਕਰਕੇ ਉਸਨੇ ਨਰਵਸ ਫੀਲ ਨਹੀਂ ਕੀਤਾ। ਅੱਗੋਂ ਸੁਣੋ ਇੰਪੋਰਟੈਂਟ ਗੱਲ। ਐਂਡ ਬਿਕੋਜ਼ ਹੀ ਡਿਡ ਨਾਟ ਫੀਲ ਨਰਵਸ, ਤੇ ਕਿਉਂਕਿ ਉਸਨੇ ਨਰਵਸ ਫੀਲ ਨਹੀਂ ਕੀਤਾ, ਹੀ ਡਿਡ ਏ ਫੁਲਿਸ਼ ਥਿੰਗ, ਉਸਨੇ ਇੱਕ ਮੂਰਖਾਂ ਵਾਲੀ ਗੱਲ ਕਰ ਦਿੱਤੀ। ਦੇਖੋ ਬੇਟੇ ਇੱਕ ਹੁੰਦਾ ਨਾ ਵੀ ਓਵਰ ਕੌਨਫੀਡੈਂਸ ਹੋ ਜਾਣਾ, ਤਾਂ ਉਹ ਓਵਰ ਕੌਨਫੀਡੈਂਸ ਦੇ ਵਿੱਚ ਵੀ ਕਹਿ ਲਓ ਇੱਕ ਫੁਲਿਸ਼ ਥਿੰਗ ਕਰ ਗਿਆ। ਹੁਣ ਆਪਾਂ ਅੱਗੋਂ ਪੜ੍ਹਦੇ ਹਾਂ ਵੀ ਉਹ ਫੁਲਿਸ਼ ਥਿੰਗ ਕੀ ਸੀ। ਹੁਣ ਇਹ ਕੁਐਸਚਨ ਦੇ ਵਿੱਚ ਕਵਰ ਹੋਣ ਵਾਲੀਆਂ ਲਾਈਨਾਂ ਬੇਟੇ।
ਔਨ ਦਾ ਵੈਰੀ ਡੇ ਆਫ ਦਾ ਕੰਸਰਟ। ਕੀ ਮਤਲਬ ਔਨ ਦਾ ਵੈਰੀ ਡੇ ਆਫ ਦਾ ਕੰਸਰਟ, ਵੀ ਜਿਸ ਦਿਨ ਕੰਸਰਟ ਸੀ ਉਸੇ ਦਿਨ ਹੀ ਫਿਲਿਪ ਪਿਚਡ ਏ ਗੇਮ ਆਫ ਬੇਸਬਾਲ, ਉਸਨੇ ਉਸੇ ਦਿਨ ਹੀ ਕਿਹੜੀ ਗੇਮ ਸ਼ੁਰੂ ਕਰ ਲਈ? ਬੇਸਬਾਲ। He was tired and puffing as he came dashing home at supper time। ਹੁਣ ਦੇਖੋ ਸ਼ਾਮ ਦੇ ਸਮੇਂ ਉਸਨੇ ਪਰਫਾਰਮੈਂਸ ਦੇਣੀ ਹੈ, ਉਹ ਗੇਮ ਕਿਹੜੀ ਖੇਡਣ ਚਲਾ ਗਿਆ? ਬੇਸਬਾਲ। ਤੇ ਜਦੋਂ ਆਇਆ ਟਾਇਰਡ, ਪਫਿੰਗ, ਸਾਹ ਚੜਿਆ ਹੋਇਆ ਸੀ, ਸਾਹ ਫੁੱਲਿਆ ਹੋਇਆ ਸੀ ਹੁੰਦਾ, ਤੇ ਘਰੇ ਤੇਜ਼ ਤੇਜ਼ ਆਇਆ, ਡੈਸ਼ਿੰਗ ਹੋਮ। ਡਰਟ ਵਾਜ਼ ਸਟ੍ਰੀਕਡ ਅਕਰੋਸ ਹਿਜ਼ ਮੋਇਸਟ, ਡਰਟ ਹੁੰਦੇ ਹੁਣ ਜਿਹੜੇ ਸੀਗੇ ਨਾ ਉਸਦੇ ਚਿਹਰੇ ਤੇ, ਮੋਇਸਟ ਮੈਨੇ ਗਿੱਲਾ, ਫੋਰਹੈਡ ਮੱਥਾ। ਹੁਣ ਦੇਖੋ ਪਸੀਨਾ ਆਇਆ ਹੋਇਆ ਹੈ, ਉਧਰੋਂ ਮਿੱਟੀ ਪਈ ਹੋਈ ਹੈ, ਤਾਂ ਉਹ ਡਰਟ ਜਿਹੜੀ ਆ ਉਹ ਵਹਿ ਕੇ ਥੱਲੇ ਨੂੰ ਆ ਰਹੀ ਹੈ। ਹਿਸ ਕਲੋਥਸ ਵਰ ਡਸਟੀ, ਉਸਦੇ ਜਿਹੜੇ ਕਲੋਥ ਸੀਗੇ ਉਹ ਧੂੜ ਨਾਲ ਭਰੇ ਹੋਏ ਸਨ। ਐਂਡ ਰਿੰਕਲਡ, ਉਹ ਉਹਨਾਂ ਦੇ ਵੱਟ ਪਏ ਹੋਏ ਸਨ। ਹੁਣ ਦੇਖੋ ਕਿਹੜੀ ਗੇਮ ਖੇਡਣ ਗਿਆ? ਬੇਸਬਾਲ। ਦਿਨ ਕਿਹੜਾ ਹੈ? ਕੰਸਰਟ ਵਾਲਾ, ਔਨ ਦਾ ਵੈਰੀ ਡੇ ਆਫ ਦਾ ਕੰਸਰਟ। ਉਹਨੂੰ ਗੇਮ ਕਿਹੜੀ ਪਸੰਦ ਸੀ? ਬੇਸਬਾਲ। ਹੁਣ ਜਿਸ ਦਿਨ ਕੰਸਰਟ ਹੈ ਉਸ ਦਿਨ ਹੀ ਉਹ ਕਿਹੜੀ ਗੇਮ ਖੇਡਣ ਚਲਾ ਗਿਆ? ਬੇਸਬਾਲ। ਤੇ ਜਦੋਂ ਘਰੇ ਆਇਆ ਉਹ ਥੱਕਿਆ ਹੋਇਆ ਸੀ, ਉਸਦੇ ਕੱਪੜੇ ਮੈਲੇ ਸਨ, ਉਸਦੇ ਆਪਦੇ ਮਿੱਟੀ ਵਗੈਰਾ ਲੱਗੀ ਹੋਈ ਸੀ, ਕੱਪੜੇ ਜਿਹੜੇ ਸੀਗੇ ਉਹ ਡਸਟੀ ਹੋ ਚੁੱਕੇ ਸੀ ਤੇ ਵੱਟ ਪਏ ਹੋਏ ਸੀ। ਹੁਣ ਅੱਗੋਂ ਸੁਣੋ, ਆਈ ਐਮ ਸਟਾਰਵਡ। ਹੁਣ ਦੂਜੀ ਗੱਲ ਕੀ ਹੋ ਗਈ? ਲਾਈਨ ਪੜ੍ਹਦੇ ਹਾਂ ਆਪਾਂ, ਆਈ ਐਮ ਸਟਾਰਵਡ, ਮੈਂ ਬਹੁਤ ਭੁੱਖਾ। ਹੀ ਕਰਾਈਡ ਐਜ਼ ਹੀ ਪਾਸਡ ਦਾ ਕਿਚਨ ਔਨ ਹਿਜ਼ ਵੇ ਅਪਸਟੇਅਰਸ। ਹੁਣ ਉਹ ਜਦੋਂ ਘਰੇ ਆਇਆ, ਕਿਚਨ ਦੇ ਕੋਲ ਲੰਘਿਆ, ਉੱਪਰ ਪੌੜੀਆਂ ਚੜ੍ਹਨ ਲੱਗ ਪਿਆ ਤੇ ਬੋਲਦਾ ਕੀ ਹੈ? ਮੈਂ ਬੜਾ ਭੁੱਖਾ, ਮੈਨੂੰ ਬਹੁਤ ਭੁੱਖ ਲੱਗੀ ਹੈ। ਦੇਰ ਵਾਜ਼ ਨੋ ਆਂਸਰ, ਕੋਈ ਉੱਤਰ ਨਹੀਂ ਆਉਂਦਾ। ਐਂਡ ਸਡਨਲੀ ਫਿਲਿਪ ਰਿਅਲਾਈਜ਼ ਦੈਟ ਸਮਥਿੰਗ ਵਾਜ਼ ਰੋਂਗ, ਤੇ ਫਿਲਿਪ ਨੂੰ ਰਿਅਲਾਈਜ਼ ਹੁੰਦਾ ਵੀ ਉੱਤਰ ਕੋਈ ਨਹੀਂ ਆਇਆ, ਵੀ ਕੋਈ ਨਾ ਕੋਈ ਗੜਬੜ ਹੈ। The house was so quiet that he could hear the slow ticking of the big clock in the hall। ਘਰ ਦੇ ਵਿੱਚ ਤਾਂ ਪੂਰੀ ਚੁੱਪੀ ਸੀ, ਇੱਥੋਂ ਤੱਕ ਚੁੱਪੀ ਸੀ ਵੀ ਜਿਹੜਾ ਹਾਲ ਦੇ ਵਿੱਚ ਜਿਹੜਾ ਵੱਡਾ ਕਲੋਕ ਲੱਗਿਆ ਹੁੰਦਾ ਹੈਗਾ, ਉਹਦੀ ਟਿਕ ਟਿਕ ਦੀ ਆਵਾਜ਼ ਜਿਹੜੀ ਆ ਉਹਨੂੰ ਸੁਣਦੀ ਪਈ ਸੀ। ਵੇਅਰ ਇਜ਼ ਐਵਰੀਬਡੀ, ਹਰ ਕੋਈ ਜਣਾ ਕਿੱਥੇ ਹੈ? ਹੀ ਯੈਲਡ ਦਾ ਮਤਲਬ ਹੁੰਦਾ ਚੀਕਣਾ, ਚੀਕ ਕੇ ਬੋਲਿਆ ਕਿੱਥੇ ਹੈ ਸਾਰੇ ਜਣੇ? ਪਜ਼ਲਡ ਬਾਈ ਦਾ ਸਾਇਲੈਂਸ ਆਫ ਦਾ ਹਾਊਸਹੋਲਡ ਫਿਲਿਪ ਰੈਨ ਇਨਟੂ ਦਾ ਕਿਚਨ। ਹੁਣ ਸਾਇਲੈਂਸ ਦੁਆਰਾ ਵੀ ਚੁੱਪ ਸਾਰੇ ਹੈ, ਪਜ਼ਲ ਹੋ ਗਿਆ ਘਰ ਵਿੱਚ ਜਦੋਂ ਸਾਰੀ ਚੁੱਪੀ ਛਾਈ ਹੋਈ ਹੈ। ਫਿਲਿਪ ਰੈਨ ਟੂ ਦਾ ਕਿਚਨ, ਕਿਚਨ ਵਾਲੇ ਪਾਸੇ ਦੌੜਿਆ। ਔਨ ਦਾ ਟੇਬਲ ਹੀ ਫਾਊਂਡ ਸਮ ਸੈਂਡਵਿਚਸ ਐਂਡ ਏ ਨੋਟ ਫਰੋਮ ਹਿਜ਼ ਮਦਰ। ਹੁਣ ਜਦੋਂ ਟੇਬਲ ਤੇ ਪਹੁੰਚਿਆ ਤਾਂ ਦੇਖਿਆ ਉੱਥੇ ਕੁਝ ਸੈਂਡਵਿਚ ਪਏ ਹੈ, ਬ੍ਰੈਡ ਵਗੈਰਾ ਪਏ ਹੈ, ਤੇ ਇੱਕ ਮਦਰ ਵੱਲੋਂ ਉਸਦੇ ਇੱਕ ਨੋਟ ਲਿਖਿਆ ਹੋਇਆ ਮਿਲਦਾ ਹੈ। ਸ਼ੀ ਹੈਡ ਬੀਨ ਕਾਲਡ ਅਵੇ ਵੈਰੀ ਸਡਨਲੀ ਬਾਈ ਦਾ ਇਲਨੈਸ ਆਫ ਏ ਫਰੈਂਡ। ਉਸਦੀ ਮਾਤਾ ਘਰੇ ਕਿਉਂ ਨਹੀਂ ਹੈਗੇ? ਕਿਉਂਕਿ ਉਸਦੀ ਕੋਈ ਸਹੇਲੀ ਹੈ ਉਹ ਬਿਮਾਰ ਪੈ ਗਈ ਹੈ, ਇਸ ਕਰਕੇ ਉਹਨਾਂ ਦੇ ਘਰੇ ਗਈ ਹੈ। ਸ਼ੀ ਵੁਡ ਨਾਟ ਬੀ ਬੈਕ ਅੰਟਿਲ ਲੇਟ ਇਵਨਿੰਗ, ਤਾਂ ਉਹਨੇ ਤਾਂ ਕਦੋਂ ਤੱਕ ਨਹੀਂ ਆਣਾ? ਲੇਟ ਸ਼ਾਮ ਤੱਕ ਨਹੀਂ ਆਣਾ। ਫਿਲਿਪ ਲੁਕਡ ਐਟ ਦਾ ਕਲੋਕ, ਫਿਲਿਪ ਕਲੋਕ ਵਾਲੇ ਪਾਸੇ ਦੇਖਦਾ। ਹੀ ਵੁਡ ਹੈਵ ਟੂ ਹਰੀ ਟੂ ਗੈਟ ਟੂ ਦਾ ਕੰਸਰਟ ਔਨ ਟਾਈਮ। ਉਸਨੂੰ ਹਰੀ ਕਰਨਾ ਪਊਗਾ, ਜਲਦੀ ਕਰਨੀ ਪਊਗੀ ਜੇ ਟਾਈਮ ਤੇ ਕੰਸਰਟ ਤੇ ਪਹੁੰਚਣਾ ਹੈ। ਹੀ ਵਾਸ਼ਡ ਗੋਬਲਡ ਏ ਸੈਂਡਵਿਚ ਐਂਡ ਰੈਨ ਟੂ ਹਿਜ਼ ਰੂਮ ਟੂ ਡਰੈਸ। ਉਹ ਧੋਂਦਾ ਆਪਦੇ ਆਪ ਨੂੰ ਥੋੜ੍ਹਾ ਬਹੁਤਾ, ਉਸ ਤੋਂ ਬਾਅਦ ਸੈਂਡਵਿਚ ਨੂੰ ਗੋਬਲ ਜਾ ਕਰਕੇ ਜਿਵੇਂ ਕਹ ਲਓ ਵਲ ਕੇ, ਜਿਵੇਂ ਕਹ ਲਓ ਆਪਦੇ ਮੂੰਹ 'ਚ ਪਾ ਲੈਂਦਾ, ਤੇ ਉਸ ਤੋਂ ਬਾਅਦ ਰੂਮ ਵਿੱਚ ਜਾਂਦਾ ਵੀ ਮੈਂ ਕੱਪੜੇ ਪਾ ਲਾਂ। ਹੀ ਲੁਕਡ ਫॉर ਏ ਸ਼ਰਟ ਇਨ ਦਾ ਡਰਾਰ ਵੇਅਰ ਹਿਜ਼ ਕਲੀਨ ਲਾਂਡਰੀ ਵਾਜ਼ ਕੈਪਟ। ਦਾ ਡਰਾਰ ਵਾਜ਼ ਐਮਟੀ, ਦਾ ਲਾਂਡਰੀ ਹੈਡ ਨਾਟ ਯੈਟ ਕਮ ਬੈਕ। ਲਾਂਡਰੀ ਮੈਨੇ ਹੁੰਦਾ ਬੇਟੇ ਜਿਹੜੇ ਕੱਪੜੇ ਧੋ ਕੇ ਵਾਪਸ ਆਣੇ ਸੀ ਨਾ, ਉਹ ਨਹੀਂ ਆਏ ਸੀ। ਕਿਉਂਕਿ ਜਦੋਂ ਵੇਖਦਾ ਨਾ ਮੈਂ ਡਰਾਰ ਖੋਲ੍ਹਦਾ ਵਿੱਚ ਕੋਈ ਸ਼ਰਟ ਨਹੀਂ ਹੈਗੀ, ਤੇ ਜਿਹੜੇ ਲਾਂਡਰੀ ਤੋਂ ਕੱਪੜੇ ਆਏ ਨਹੀਂ ਹੁੰਦੇ। ਉਹ ਫਿਲਿਪ ਮੋਨਡ ਫੋਰਲੋਨਲੀ, ਵਾਟ ਸ਼ੈਲ ਆਈ ਡੂ, ਆਈ ਕਾਂਟ ਪਲੇ ਵਿਦਾਊਟ ਏ ਕਲੀਨ ਸ਼ਰਟ। ਹੁਣ ਦੇਖੋ ਉਹਦੇ ਕੋਲ ਕਲੀਨ ਸ਼ਰਟ ਹੀ ਹੈ ਨਹੀਂ, ਤੇ ਮੈਂ ਉੱਥੇ ਜਾ ਕੇ ਪਲੇ ਕਿਵੇਂ ਕਰੂੰਗਾ? ਜਿਹੜੇ ਕੱਪੜੇ ਸੀਗੇ ਉਹ ਧੋਬੀ ਕੋਲੇ ਗਏ ਹੋਏ ਹੈ, ਧੋਣ ਵਾਸਤੇ ਦਿੱਤੇ ਹੋਏ ਹੈ, ਘਰੇ ਕੋਈ ਸ਼ਰਟ ਨਹੀਂ ਹੈਗੀ। ਸਡਨਲੀ ਫਿਲਿਪ ਰਿਅਲਾਈਜ਼ ਦੈਟ ਹੀ ਆਟ ਟੂ ਟੈਲ ਹਿਜ਼ ਮਿਊਜ਼ਿਕ ਟੀਚਰ। ਤਾਂ ਉਸਨੂੰ ਅਚਾਨਕ ਹੀ ਉਹ ਮਹਿਸੂਸ ਕਰਦਾ ਹੈ ਕਿ ਉਸਨੂੰ ਆਪਦੇ ਮਿਊਜ਼ਿਕ ਟੀਚਰ ਨੂੰ ਇਹ ਦੱਸਣਾ ਚਾਹੀਦਾ ਹੈ, ਪ੍ਰੋਫੈਸਰ ਐਸਪੂਟਾ। ਹੁਣ ਬੇਟੇ ਇਹ ਨਾਮ ਆ ਗਿਆ, ਐਸੇ ਤਰ੍ਹਾਂ ਦੇ ਕੁਐਸਚਨ ਹੀ ਕਵਰ ਹੋਣੇ ਹੈ।
ਇਹ ਤੁਸੀਂ ਹੁਣ ਮੇਰੀ ਗੱਲ ਸਮਝ ਲਓ। ਪ੍ਰੋਫੈਸਰ ਐਸਪੂਟਾ ਉਸਦੇ ਮਿਊਜ਼ਿਕ ਟੀਚਰ ਦਾ ਨਾਮ ਹੈ। ਦੇਖੋ ਪਹਿਲਾਂ ਨਹੀਂ ਬੋਲਿਆ ਸੀ, ਹੁਣ ਇਹ ਵਾਲਾ ਆ ਗਿਆ। ਉਸਦੇ ਮਿਊਜ਼ਿਕ ਟੀਚਰ ਦਾ ਨਾਮ ਕੀ ਹੈ? ਪ੍ਰੋਫੈਸਰ ਐਸਪੂਟਾ। ਸਪੈਲਿੰਗ ਲਿਖ ਕੇ ਦੇਖ ਲੈਣੇ ਹੈ, ਮੈਂ ਤੁਹਾਨੂੰ ਵਾਰ-ਵਾਰ ਦੱਸਦਾ। ਹੀ ਰੈਨ ਓਵਰ ਟੂ ਦਾ ਸਕੂਲ ਐਂਡ ਗੈਸਪਡ ਆਊਟ ਹਿਸ ਸਟੋਰੀ। ਉਹ ਸਕੂਲ ਭੱਜ ਦੌੜ ਕੇ ਜਾਂਦਾ ਹੈ ਤੇ ਸਾਰੀ ਸਟੋਰੀ ਉਹਨਾਂ ਨੂੰ ਦੱਸ ਦਿੰਦਾ ਹੈ। ਹੁਣ ਆਪਾਂ ਨੈਕਸਟ ਪੇਜ ਪੜ੍ਹਦੇ ਹਾਂ। At first the professor scolded with concern, but then he said, "That's all right. Run to my house. Tell my wife to give you one of my shirts." ਹੁਣ ਦੇਖੋ ਪਹਿਲਾਂ ਤਾਂ ਪ੍ਰੋਫੈਸਰ ਉਹਨੂੰ ਘੂਰਦਾ ਹੈ, ਉਹਨੂੰ ਚਿੰਤਾ ਲੱਗਦੀ ਹੈ, ਕੰਸਰਨ ਚਿੰਤਾ ਲੱਗਦੀ ਹੈ। ਫਿਰ ਕਹਿੰਦਾ ਚੱਲ ਕੋਈ ਨਹੀਂ, ਤੂੰ ਮੇਰੇ ਘਰ ਭੱਜ ਕੇ ਜਾ ਤੇ ਮੇਰੀ ਪਤਨੀ ਨੂੰ ਕਹਿ ਵੀ ਮੇਰੀਆਂ ਸ਼ਰਟਸ ਵਿੱਚੋਂ ਇੱਕ ਸ਼ਰਟ ਦੇ ਦੇ। ਤਾਂ ਹੁਣ ਯਾਦ ਰੱਖਣਾ ਹੈ, ਮਿਊਜ਼ਿਕ ਟੀਚਰ ਕਿੰਦੇ ਕੋਲ ਭੇਜਦਾ? ਘਰੇ ਉਸਦੀ ਪਤਨੀ ਕੋਲ ਭੇਜਦਾ ਵੀ ਮੇਰੀ ਵਾਲੀ ਸ਼ਰਟ ਕੋਈ ਤੈਨੂੰ ਦੇ ਦਿਓ। ਮਿਸਿਸ ਐਸਪੂਟਾ, ਹੁਣ ਇਹ ਵੀ ਯਾਦ ਰੱਖ ਲੈਣਾ, ਉਸਦੀ ਪਤਨੀ ਨੂੰ ਆਪਾਂ ਕੀ ਕਵਾਂਗੇ? ਮਿਸਿਸ ਐਸਪੂਟਾ ਕੁਇਕਲੀ ਫੈਚਡ ਵਨ ਆਫ ਹਰ ਹਸਬੈਂਡਸ ਵਾਈਟ ਸ਼ਰਟਸ। ਉਹਦੀਆਂ ਵਾਈਟ ਸ਼ਰਟਸ ਵਿੱਚੋਂ ਇੱਕ ਲੈ ਆ ਕੇ ਆਂਦੀ ਹੈ। ਬਟ ਵੈਨ ਫਿਲਿਪ ਪੁੱਟ ਇਟ ਔਨ ਪੁੱਟ ਔਨ ਕਰਨਾ ਨਾ ਪਹਿਨਣਾ। ਜਦੋਂ ਫਿਲਿਪ ਨੂੰ ਪਹਿਨਦਾ, ਸ਼ੀ ਬਿਗੇਨ ਟੂ ਐਕਸਕਲੇਮ, ਓ ਡੀਅਰ ਗ੍ਰੇਸ਼ੀਅਸ, ਦ ਸ਼ਰਟ ਵਾਜ਼ so large that Philip was almost lost in it। ਹੁਣ ਦੇਖੋ ਸ਼ਰਟ ਇੰਨੀ ਵੱਡੀ ਹੁੰਦੀ ਹੈ, ਫਿਲਿਪ ਤਾਂ ਲਗਭਗ ਉਹਦੇ ਵਿੱਚ ਲੋਕ ਹੀ ਜਾਂਦਾ। Hastily Mrs. Esputa found a box of pins in a twinkling. Her nimble fingers pinned enough tucks in the shirt to make it fit Philip। ਹੁਣ ਮਿਸਿਸ ਐਸਪੂਟਾ ਪਿਨਸ ਦਾ ਇੱਕ ਬਾਕਸ ਲੈ ਕੇ ਆਂਦੀ ਹੈ ਤੇ ਉਹ ਪਲਕ ਭਰ ਵਿੱਚ ਹੀ ਉਸਦੇ ਜਿਹੜੇ ਸਕਿਲਫੁਲ ਉਂਗਲਾਂ ਹੈ, ਮਤਲਬ ਹੁਨਰ ਵਾਲੀਆਂ ਉਂਗਲਾਂ ਹੈ, ਉਹ ਕੀ ਕਰਦੀਆਂ? ਪਿੰਨ ਲਾ ਕੇ ਸ਼ਰਟ ਨੂੰ ਵਿੱਚ ਟੱਕ ਕਰਕੇ ਲਪੇਟ ਕੇ ਕਹਿ ਲਓ ਤੇ ਉਹ ਫਿਲਿਪ ਤੇ ਫਿੱਟ ਕਰ ਦਿੰਦੀ। ਕਹਿਣਾ ਮਤਲਬ ਜੇ ਆਪਾਂ ਉਹਨੂੰ ਟਾਈਟ ਕਰਕੇ ਪਿੰਨ ਲਾਤੀ, ਇਸ ਤਰ੍ਹਾਂ ਦੇ ਪਿੰਨਾਂ ਨਾਲ ਫਿਲਿਪ ਤੇ ਉਹ ਸ਼ਰਟ ਫਿੱਟ ਕਰ ਦਿੰਦੀ ਹੈ। ਦੇ ਬੋਥ ਹੀਵਡ ਏ ਸਾਈ ਆਫ ਰਿਲੀਫ। ਤੇ ਦੋਨਾਂ ਨੂੰ ਲੱਗਦਾ ਵੀ ਹਾਂ ਠੀਕ ਹੋ ਗਿਆ ਕੰਮ। ਸਾਈ ਆਫ ਰਿਲੀਫ, ਸੁੱਖ ਦਾ ਸਾਹ ਲੈਣਾ। when the job was finished, ਜਦੋਂ ਕੰਮ ਹੋ ਗਿਆ। then free from anxiety ਬਣਦਾ ਚਿੰਤਾ ਤੋਂ ਫਿਰ ਫ੍ਰੀ ਹੋ ਕੇ ਫਿਲਿਪ hurried back to the school। ਫਿਰ ਉਹ ਸਕੂਲ ਵਾਪਸ ਭੱਜਦਾ। the concert finally began। ਕੰਸਰਟ ਫਿਰ ਅੰਤ ਵਿੱਚ ਸ਼ੁਰੂ ਹੋ ਜਾਂਦਾ and soon it was time for Philip also। ਹੁਣ ਵਾਰੀ ਕਹਿੰਦੀ ਆਉਂਦੀ ਹੈ ਫਿਲਿਪ ਦੀ। he stood up, ਉਹ ਖੜਾ ਹੋ ਜਾਂਦਾ ਹੈ। ਪਲੇਸ ਦਾ ਵਾਇਲਨ ਅੰਡਰ ਹਿਸ ਚਿਨ। ਹੁਣ ਜਿਵੇਂ ਨਾ ਉਹਦੀ ਪਲੇਸਿੰਗ ਕਿਵੇਂ ਕਰਨੀ ਪੈਂਦੀ ਹੈ, ਉਹਨੂੰ ਵਾਇਲਨ ਨੂੰ ਚਲਾਉਣ ਵਾਸਤੇ ਚਿੰਨ ਦੇ ਅੰਡਰ ਉਹਨੂੰ ਸਪੋਰਟ ਦੇਣੀ ਪੈਂਦੀ ਹੈ। ਐਂਡ ਰੇਜ਼ਡ ਹਿਸ ਬੋ, ਤੇ ਆਪਦੀ ਬੋ ਨੂੰ ਉੱਪਰ ਚੱਕਣਾ ਪੈਂਦਾ। ਵਿਦ ਹੌਰਰ ਹੀ ਫੈਲਟ ਏ ਪਿਨ ਪੁਲਿੰਗ ਲੂਜ਼ ਇਨ ਦਾ ਬੈਕ ਆਫ ਹਿਸ ਸ਼ਰਟ। ਹੁਣ ਜਦੋਂ ਇਸ ਤਰ੍ਹਾਂ ਬੋ ਨੂੰ ਉੱਪਰ ਚੱਕਦਾ ਹੈ ਤਾਂ ਦੇਖਦਾ ਹੈ ਵੀ ਜਿਹੜੀ ਸ਼ਰਟ ਦੀ ਪਿਛਲੇ ਪਾਸਿਓਂ ਇੱਕ ਪਿੰਨ ਲੂਜ਼ ਹੋ ਰਹੀ ਹੈ, ਪੁੱਲ ਹੋ ਗਈ। ਬਟ ਹੀ ਰਿਕਾਲਡ ਹਾਊ ਮੈਨੀ ਪਿੰਸ ਹੈਡ ਬੀਨ ਇੰਸਰਟ ਮੈਨੇ ਦਾਖਲ ਕਰਨਾ ਇਨ ਦਾ ਸ਼ਰਟ ਐਂਡ ਥਾਟ ਲੂਜ਼ਿੰਗ ਵਨ ਵੋਂਟ ਮੈਟਰ। ਹੁਣ ਦੇਖੋ ਇੱਕ ਪਿੰਨ ਨਿਕਲ ਗਈ, ਪਰ ਉਹਦੇ ਦਿਮਾਗ 'ਚ ਕੀ ਆਉਂਦਾ? ਬੜੀਆਂ ਲਾਈਆਂ ਪਿੰਨਾਂ ਫਿਕਸ ਕੀਤੀਆਂ ਹੋਈਆਂ, ਕੋਈ ਨਹੀਂ ਜੇ ਇੱਕ ਨਿਕਲ ਗਈ ਕੋਈ ਫਰਕ ਨਹੀਂ ਪੈਂਦਾ। ਲੂਜ਼ਿੰਗ ਵਨ ਵੋਂਟ ਮੈਟਰ। ਫਿਲਿਪ ਸਟਾਰਟਡ ਟੂ ਪਲੇ। ਫਿਲਿਪ ਨੇ ਵਾਇਲਨ ਵਜਾਣੀ ਸ਼ੁਰੂ ਕਰ ਦਿੱਤੀ। ਐਟ ਫਸਟ ਹਿਜ਼ ਰਾਈਟ ਆਰਮ ਮੂਵਡ ਬੈਕ ਐਂਡ ਫੋਰਥ ਸਲੋਲੀ, ਦੈਨ ਮੋਰ ਸਵਿਫਟਲੀ। ਹੁਣ ਦੇਖੋ ਵਾਇਲਨ ਚਲਾਣੀ ਪਹਿਲਾਂ ਹੌਲੀ ਹੌਲੀ ਹੈ, ਫਿਰ ਸਵਿਫਟਲੀ ਮੈਨੇ ਤੇਜ਼ੀ ਨਾਲ। ਬਿਫੋਰ ਲੌਂਗ ਦ ਪਿੰਸ ਦੈਟ ਵਰ ਹੋਲਡਿੰਗ ਹਿਜ਼ ਕੋਲਰ ਪੁਲਡ ਆਊਟ। ਦੇਖੋ ਜ਼ਿਆਦਾ ਦੇਰ ਨਹੀਂ ਲੱਗੀ, ਜਿਹੜੀਆਂ ਪਿੰਨਾਂ ਨੇ ਕੋਲਰ ਤੋਂ ਉਹਨੂੰ ਫਿਕਸ ਕੀਤਾ ਹੋਇਆ ਸੀ ਉਹ ਨਿਕਲ ਗਈਆਂ, ਉਹ ਪਿੰਨਾਂ ਨਿਕਲ ਗਈਆਂ ਕੋਲਰ ਵਾਲੇ ਪਾਸਿਓਂ। The loose large shirt collar began to creep up the back Philip's head। ਹੁਣ ਦੇਖੋ ਜਦੋਂ ਪਿੰਸ ਨਿਕਲ ਗਈਆਂ, ਹੁਣ ਤੁਹਾਨੂੰ ਪਤਾ ਹੈ ਸ਼ਰਟ ਵੱਡੀ ਹੈ ਤਾਂ ਉਹ ਕਰੀਪ ਰੇਂਗ ਕੇ ਨੀਚੇ ਨੂੰ ਹੋਣੀਆਂ ਸ਼ੁਰੂ ਹੋ ਗਈਆਂ ਸਿਰ ਵਾਲੇ ਪਾਸਿਓਂ ਵੀ। ਦੈਨ ਦਾ ਅਨਰੂਲੀ ਸਲੀਵਸ ਗਰਿਊ ਲੂਜ਼ਰ। ਹੁਣ ਜਿਹੜੀਆਂ ਸਲੀਵਸ ਹੈ ਉਹਦੇ 'ਤੇ ਵੀ ਪਿੰਨਾਂ ਲਾਈਆਂ ਹੋਈਆਂ, ਉਹ ਪਿੰਨਾਂ ਨਿਕਲ ਗਈਆਂ ਤਾਂ ਲੂਜ਼ ਹੋ ਗਈਆਂ, ਵੱਡੀਆਂ ਹੋ ਗਈਆਂ। ਸਡਨਲੀ ਦਾ ਸ਼ਰਟ ਫੈਲ ਅਵੇ ਫਰੋਮ ਹਿਜ਼ ਨੈਕ। ਤੇ ਰਿਜ਼ਲਟ ਕੀ ਹੋਇਆ ਪਿੰਨਾਂ ਨਿਕਲਣ ਦਾ? ਸਡਨਲੀ ਅਚਾਨਕ ਹੀ ਦਾ ਸ਼ਰਟ ਫੈਲ ਫਰੋਮ ਹਿਜ਼ ਨੈਕ, ਉਸਦੇ ਨੈਕ ਤੋਂ ਸ਼ਰਟ ਡਿੱਗ ਪਈ। ਹੁਣ ਦੇਖੋ ਜਦੋਂ ਪਲੇ ਹੋ ਰਿਹਾ, ਸਾਰੇ ਜਣੇ ਵੇਖ ਰਹੇ ਹੈ,
ਸ਼ਰਟ ਉਹਦੀ ਲੂਜ਼ ਹੋ ਗਈ ਤੇ ਉਸ ਤੋਂ ਬਾਅਦ ਕੀ ਹੋ ਗਿਆ, ਉਸਦੇ ਨੈਕ ਤੋਂ ਡਿੱਗ ਪਈ। ਦ ਆਡੀਅנס ਬਿਗੇਨ ਟੂ ਲਾਫ, ਆਡੀਅנס ਨੇ ਹੱਸਣਾ ਸ਼ੁਰੂ ਕਰ ਦਿੱਤਾ। ਇਨ ਐम्बार्स्ड ਕਨਫਿਊਜ਼ਨ, ਹੁਣ ਉਹ ਵਿਚਾਰਾ ਪਜ਼ਲ ਹੋ ਗਿਆ। ਫਿਲਿਪ ਫੋਰਗੋਟ ਵਾਟ ਹੀ ਵਾਜ਼ ਪਲੇਇੰਗ ਐਂਡ ਸਟਾਪਡ ਕੰਪਲੀਟਲੀ, ਉਹ ਭੁੱਲ ਗਿਆ ਵੀ ਮੈਂ ਕੀ ਪਲੇ ਕਰਦਾ ਪਿਆ ਤੇ ਉਹਨੇ ਰੋਕ ਦਿੱਤਾ, ਸਟਾਪ ਕਰਤਾ। The disaster so upset him that he rushed off the stage and sulked in a dark corner। ਹੁਣ ਉਹ ਇੰਨਾ ਅਪਸੈਟ ਹੋ ਗਿਆ, ਸਟੇਜ ਤੋਂ ਉਹ ਭੱਜ ਗਿਆ, ਸਟੇਜ ਤੋਂ ਭੱਜ ਗਿਆ ਉਹ ਤੇ ਇੱਕ ਕਾਰਨਰ 'ਚ ਜਾ ਕੇ ਛਿਪ ਕੇ ਉਹ ਖੜਾ ਹੋ ਗਿਆ। ਫਾਈਟਿੰਗ ਬੈਕ ਟੀਅਰਸ, ਹੁਣ ਆਪਦੇ ਟੀਅਰਸ ਨੂੰ ਫਾਈਟ ਕਰ ਰਿਹਾ ਸੀ ਵੀ ਨਾ ਨਿਕਲਣ, ਟੀਅਰਸ ਉਹਦੇ ਹੰਝੂ ਨਿਕਲਣ ਨੂੰ ਤਿਆਰ ਹੈ। ਹੀ ਮੰਬਲਡ ਗਲੂਮਲੀ ਆਈ ਵਿਸ਼ ਆਈ ਵਰ ਡੈਡ, ਵੀ ਕਾਸ਼ ਕਿ ਮੈਂ ਤਾਂ ਮਰ ਹੀ ਜਾਂਦਾ। Refreshments were served after the concert, but Philip was too busy to have any. He mingled with the crowd as quickly as he could, hoping to avoid Mr. Esputa। ਹੁਣ ਕੰਸਰਟ ਤੋਂ ਬਾਅਦ ਰਿਫਰੈਸ਼ਮੈਂਟਸ, ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਸਰਵ ਕੀਤੀਆਂ ਜਾ ਰਹੀਆਂ। ਫਿਲਿਪ ਆਪਦੇ ਟੀਚਰ ਮਿਸਟਰ ਐਸਪੂਟਾ ਤੋਂ ਨੂੰ ਅਵਾਇਡ ਕਰਨਾ ਚਾਹੁੰਦਾ, ਉਹਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ। ਆਫਟਰ ਏ ਵਿਸਟਫੁਲ ਲੁੱਕ ਐਟ ਦਾ ਆਈਸਕ੍ਰੀਮ, Philip was about to slink out when a booming voice behind him scoffed, well Philip, you made a nice mess of it। ਹੁਣ ਦੇਖੋ, ਹੁਣ ਤੁਹਾਨੂੰ ਇਹ ਵੀ ਪਤਾ ਨਾ ਬੱਚਾ ਭੁੱਖਾ ਵੀ ਸੀਗਾ, ਭਾਵੇਂ ਠੀਕ ਆ ਉਹਨੇ ਸੈਂਡਵਿਚ ਖਾ ਲਿਆ ਸੀ, ਪਰ ਆਈਸਕ੍ਰੀਮ ਵੇਖ ਕੇ ਉਹਦੇ ਵੀ ਇੱਛਾ ਬਣ ਗਈ ਵੀ ਮੈਂ ਵੀ ਆਈਸਕ੍ਰੀਮ ਖਾ ਲਾਂ। ਜਦੋਂ ਉਹ ਅੱਗੇ ਵਧਣ ਵਾਲਾ ਸੀ ਤਾਂ ਪਿੱਛੋਂ ਆਵਾਜ਼ ਆਉਂਦੀ ਹੈ ਉਸਦੇ ਟੀਚਰ ਦੀ, ਫਿਲਿਪ ਤੂੰ ਬੜਾ ਕੰਮ ਖਰਾਬ ਕੀਤਾ, ਸਾਰਾ ਮੈਸ ਕਰਤਾ ਸਾਰਾ। Philip turned and found himself face to face with his glowering teacher। ਹੁਣ ਫੇਸ ਟੂ ਫੇਸ ਕਿੰਦੇ ਹੋ ਗਿਆ, ਉਸਦੇ ਟੀਚਰ ਦੇ। ਵਿਦ ਨੋ ਸਿੰਪਥੀ ਫॉर ਪੂਅਰ ਫਿਲਿਪ, ਫਿਲਿਪ ਦੇ ਪ੍ਰਤੀ ਉਸਦੀ ਕੋਈ ਹਮਦਰਦੀ ਨਹੀਂ। ਮਿਸਟਰ ਐਸਪੂਟਾ ਕੰਟੀਨਿਊਡ ਅਨਰੀਜ਼ਨੇਬਲੀ, ਨੋ ਰਿਫਰੈਸ਼ਮੈਂਟਸ ਫॉर ਯੂ, ਤੇਰੇ ਲਈ ਕੋਈ ਰਿਫਰੈਸ਼ਮੈਂਟਸ ਨਹੀਂ। ਯੂ ਸ਼ੁੱਡ ਨਾਟ ਹੈਵ ਸਪੈਂਟ ਦਾ ਡੇ ਪਲੇਇੰਗ ਬਾਲ, ਤੈਨੂੰ ਆਪਦਾ ਦਿਨ ਬਾਲ ਬੇਸਬਾਲ ਖੇਡ ਕੇ ਨਹੀਂ ਬਤੀਤ ਕਰਨਾ ਚਾਹੀਦਾ ਸੀ। ਯੂ ਸ਼ੁੱਡ ਹੈਵ ਬੀਨ ਪ੍ਰਪੇਅਰਿੰਗ ਫॉर ਦ ਇੰਪੋਰਟੈਂਟ ਵਰਕ ਆਫ ਦ ਇਵਨਿੰਗ, ਤੈਨੂੰ ਇੰਪੋਰਟੈਂਟ ਵਰਕ ਜਿਹੜਾ ਸ਼ਾਮ ਦਾ ਉਹਦੀ ਤਿਆਰੀ ਕਰਨੀ ਚਾਹੀਦੀ ਸੀ। ਯੂ ought ਟੂ ਬੀ ਅਸ਼ੇਮਡ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਹੁਣ ਦੇਖੋ ਬੇਟੇ, ਜਿਹੜਾ ਟੀਚਰ ਹੈ, ਟੀਚਰ ਨੇ ਉਹਨੂੰ ਕੰਮ ਦਿੱਤਾ ਹੈ ਵੀ ਆਪਾਂ ਆ ਕੰਸਰਟ ਵਿੱਚ ਤੇਰੀ ਡਿਊਟੀ ਹੈ। ਜੇ ਉਸ ਦਿਨ ਬੱਚਾ ਇਹ ਤਿਆਰੀ ਕਰਨ ਦੇ ਬਜਾਏ ਆਪਦਾ ਧਿਆਨ ਕਿਸੇ ਹੋਰ ਪਾਸੇ ਲਾ ਜਾਂਦਾ ਹੈ, ਜਿਹਦੇ ਕਰਕੇ ਇਹ ਸਾਰੀ ਪ੍ਰੋਬਲਮ ਆਉਂਦੀ ਹੈ। ਤਾਂ ਇੱਥੋਂ ਆਪਾਂ ਸਿੱਖਿਆ ਕੀ ਮਿਲਦੀ ਹੈ ਵੀ ਜਿਹੜਾ ਕੰਮ ਹੈ ਉਹਨੂੰ ਪ੍ਰੋਪਰਲੀ ਕਰਨਾ ਚਾਹੀਦਾ, ਉਹਦੀ ਤਿਆਰੀ ਪ੍ਰੋਪਰਲੀ ਕਰਨੀ ਚਾਹੀਦੀ ਹੈ। ਇਹ ਨਹੀਂ ਵੀ ਕਿਸੇ ਹੋਰ ਪਾਸੇ ਆਪਦਾ ਧਿਆਨ ਡਾਇਵਰਟ ਕਰ ਦਿਓ। ਤਾਂ ਇੱਕ ਪਾਸੇ ਫੋਕਸ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਹੜਾ ਕੰਮ ਹੈ ਉਹਦੇ 'ਤੇ ਫੋਕਸਡ ਰਹੋ, ਫਿਰ ਤੁਹਾਨੂੰ ਸਕਸੈਸ ਮਿਲਦੀ ਹੈ। ਹੁਣ ਨੈਕਸਟ ਪੈਰਾ ਪੜ੍ਹਦੇ ਹਾਂ। ਫਿਲਿਪ hung his head, sighed heavily and trudged home. The incident left such an impression on him that he always remembered it. He never again tried to mix work and play। ਹੁਣ ਦੇਖੋ, he never again tried to mix, ਉਹਨੇ ਕਦੇ ਦੁਬਾਰਾ ਨਹੀਂ ਕੋਸ਼ਿਸ਼ ਕੀਤੀ ਵਰਕ ਤੇ ਪਲੇ ਨੂੰ ਮਿਕਸ ਕਰਨ ਦੀ। ਹੁਣ ਵਰਕ ਹੈ ਤਾਂ ਵਰਕ ਹੈ, ਜੇ ਖੇਡਣਾ ਤਾਂ ਖੇਡਣਾ, ਪਰ ਵਰਕ ਤੇ ਪਲੇ ਨੂੰ ਮਿਕਸ ਨਹੀਂ ਕਰਨਾ। ਹੁਣ ਘਰੇ ਚਲਾ ਗਿਆ, ਪਰ ਉਸਨੇ ਉਸ ਤੋਂ ਬਾਅਦ ਇਹ ਸਿੱਖਿਆ ਵੀ ਲਈ। ਨੈਕਸਟ, but that was not the last time that he got himself into trouble with Mr. Esputa. One day when Philip was 12, both he and his teacher were feeling tired and cross. They got into a heated argument over a trifle। ਨਿੱਕੀ ਜਿਹੀ ਗੱਲ ਤੇ ਨਾ ਫਿਰ ਇੱਕ ਪ੍ਰੋਬਲਮ ਆ ਗਈ ਫਿਲਿਪ ਸੋਸਾ ਤੇ ਉਸਦੇ ਟੀਚਰ ਵਿੱਚ। ਇੱਕ ਵਾਰੀ ਤਾਂ ਪ੍ਰੋਬਲਮ ਉਦੋਂ ਹੋ ਗਈ ਨਾ ਜਦੋਂ ਕੰਸਰਟ ਸੀ, ਇੱਕ ਦੂਜੇ ਨਾਲ ਗੁੱਸੇ ਹੋਏ, ਜਾਂ ਕਹਿ ਲਓ ਜਾਂ ਟੀਚਰ ਗੁੱਸੇ ਹੋਏ। ਹੁਣ ਇੱਕ ਵਾਰੀ ਫਿਰ ਜਦੋਂ 12 ਸਾਲਾਂ ਦਾ ਸੀ, ਕੋਈ ਨਿੱਕੀ ਜਿਹੀ ਗੱਲ ਕਰਕੇ ਆਪਸ ਵਿੱਚ ਉਹਨਾਂ ਦਾ ਆਰਗੂਮੈਂਟ ਹੋ ਗਿਆ, ਤਾਂ ਲੜਾਈ ਹੋ ਗਈ, ਝਗੜਾ ਹੋ ਗਿਆ, ਬਹਿਸ ਹੋ ਗਈ, ਆਰਗੂਮੈਂਟ ਹੋ ਗਿਆ। ਐਜ਼ ਅ ਰਿਜ਼ਲਟ ਫਿਲਿਪ ਰਿਟਰਨਡ ਹੋਮ ਕਨਵਿੰਸਡ ਦੈਟ ਹੀ ਨੋ ਲੋਂਗਰ ਵਾਂਟਡ ਟੂ ਟੇਕ ਮਿਊਜ਼ਿਕ ਲੈਸਨ। ਹੁਣ ਫਿਲਿਪ ਜੀਆਂ ਨੇ ਕੀ ਕਰ ਲਿਆ ਡਿਸਾਈਡ ਵੀ ਆਪਾਂ ਨਹੀਂ ਹੁਣ ਬੰਦੇ ਕੋਈ ਮਿਊਜ਼ਿਕ ਬਾਰੇ, ਆਪਾਂ ਕੋਈ ਲੈਸਨ ਨਹੀਂ ਲੈਣਾ, ਆਪਾਂ ਤਾਂ ਘਰੇ ਚੱਲੇ ਹਾਂ। ਹੀ ਰਿਟਰਨਡ ਹੋਮ, ਮੈਂ ਨਹੀਂ ਕਹਿੰਦਾ ਵੀ ਹੁਣ ਮਿਊਜ਼ਿਕ ਦੇ ਲੈਸਨ ਲੈਣੇ। ਹੁਣ ਦੇਖੋ ਬੇਟੇ, ਹੁਣ ਇੱਕ ਗੱਲ ਇੱਥੇ ਵੀ ਇਹ ਵੀ ਹੈਗੀ ਹੈ ਵੀ ਆਪਾਂ ਆਪਦੇ
ਜਿਹੜਾ ਆਪਾਂ ਏਮ ਰੱਖਿਆ ਸੀ ਉਸ ਤੋਂ ਭਟਕ ਰਹੇ ਹਾਂ। ਮਿਊਜ਼ਿਕ ਲੈਸਨ ਲੈਣੇ ਉਹਦੇ ਲਈ ਜ਼ਰੂਰੀ ਹੈ, ਪਰ ਉਹ ਆਪਦੇ ਧਿਆਨ ਤੋਂ ਭਟਕ ਰਿਹਾ ਹੈ, ਕਹਿੰਦਾ ਮੈਂ ਨਹੀਂ ਲੈਸਨ ਲੈਂਦਾ, ਤਾਂ ਫਿਰ ਪ੍ਰੋਬਲਮ ਆਊਗੀ। ਹੀ ਡਿਸਕਸਡ ਦਾ ਮੈਟਰ ਵਿਦ ਹਿਸ ਫਾਦਰ, ਉਸਨੇ ਇਹ ਗੱਲ ਆਪਦੇ ਫਾਦਰ ਨਾਲ ਡਿਸਕਸ ਕੀਤੀ। ਵੈਲ ਕਮੈਂਟਡ ਮਿਸਟਰ ਸੋਸਾ, ਇਟ ਸੀਮਡ ਦੈਟ ਯੂ ਡੋਂਟ ਵਾਂਟ ਟੂ ਬੀ ਏ ਮਿਊਜ਼ੀਸ਼ੀਅਨ, ਇਜ਼ ਦੇयर ਐਨੀਥਿੰਗ ਐਲਸ ਯੂ ਵੁੱਡ ਪ੍ਰੈਫਰ ਟੂ ਬੀ। ਪਿਤਾ ਪੁੱਛਦਾ ਹੈ, ਚਲੋ ਤੂੰ ਹੁਣ ਮਿਊਜ਼ੀਸ਼ੀਅਨ ਤਾਂ ਨਹੀਂ ਬਣਨਾ ਚਾਹੁੰਦਾ, ਤੂੰ ਕੁਝ ਹੋਰ ਬਣਨਾ ਚਾਹਣਾ, ਕੀ ਪ੍ਰੈਫਰ ਕਰਦਾ ਤੂੰ, ਹੋਰ ਕੀ ਬਣਨਾ ਚਾਹਣਾ? ਯੈਸ ਸੈਡ ਫਿਲਿਪ, ਆਈ ਵਾਂਟ ਟੂ ਬੀ ਏ ਬੇਕਰ, ਮੈਂ ਕੀ ਬਣਨਾ ਚਾਹਨਾ, ਬੇਕਰ। ਹੁਣ ਬੇਟੇ ਹੁਣ ਹੈਰਾਨੀ ਵਾਲੀ ਗੱਲ ਹੈ, ਕਿੱਧਰ ਕਿੱਧਰ ਬੇਕਰ ਤੇ ਕਿੱਧਰ ਮਿਊਜ਼ੀਸ਼ੀਅਨ, ਬੜਾ ਫਰਕ ਹੈ। ਸੈਡ ਫਿਲਿਪ, ਆਈ ਵਾਂਟ ਟੂ ਬੀ ਏ ਬੇਕਰ, ਮੈਂ ਇੱਕ ਬੇਕਰ ਬਣਨਾ ਚਾਹੁੰਦਾ ਹਾਂ। ਮਿਸਟਰ ਸੋਸਾ's eyebrows flew up. A baker? He asked in surprise. Yes, a baker, Philip answered firmly. ਉਹਨੇ ਪੱਕੀ ਫਰਮਲੀ ਪੂਰੇ ਡਿਟਰਮੀਨੇਸ਼ਨ ਨਾਲ ਕਿਹਾ, ਮੈਂ ਬੇਕਰ ਬਣਨਾ ਚਾਹਨਾ। If that's what you want, replied Mr. Sosa, I will see you what I can do to get you a suitable position in a bakery. I will go and attend to it right away. And he went out of the house. ਹੁਣ ਪਿਤਾ ਕੀ ਕਹਿੰਦਾ, ਚਲੋ ਫਿਰ ਮੈਂ ਤੇਰਾ ਪ੍ਰਬੰਧ ਕਰੂੰਗਾ, ਕੋਈ ਪੋਜੀਸ਼ਨ, ਸੁਟੇਬਲ ਪੋਜੀਸ਼ਨ ਤੈਨੂੰ ਮੈਂ ਬੇਕਰੀ ਵਿੱਚ ਦਵਾਉਂਗਾ, ਠੀਕ ਹੈ। ਤਾਂ ਉਸ ਤੋਂ ਬਾਅਦ ਉਹ ਘਰੋਂ ਚਲਾ ਜਾਂਦਾ ਹੈ। ਸੂਨ ਮਿਸਟਰ ਸੋਸਾ ਕੇਮ ਬੈਕ। ਵੈਲ ਸਨ, ਹੀ ਇਨਫੋਰਮਡ ਫਿਲਿਪ, ਆਈ ਹੈਵ ਬੀਨ ਟਾਕਿੰਗ ਟੂ ਚਾਰਲੀ ਦਾ ਬੇਕਰ। ਹੁਣ ਬੇਟੇ ਇੱਕ ਨਵਾਂ ਪੁਆਇੰਟ ਜਿਹੜਾ ਯਾਦ ਰੱਖਣਾ ਹੈ, ਬੇਕਰ ਜਿਹਦੇ ਨਾਲ ਗੱਲਬਾਤ ਕੀਤੀ ਉਸਦੇ ਪਿਤਾ ਨੇ, ਉਸਦਾ ਨਾਮ ਕੀ ਹੈ, ਚਾਰਲੀ। ਕੀ ਨਾਮ ਹੈ, ਚਾਰਲੀ। ਚਾਰਲੀ ਜਿਹੜਾ ਬੇਕਰ ਹੈ ਉਹਦੇ ਨਾਲ ਗੱਲ ਕਰਕੇ ਆਇਆ ਹੈ। ਹਿਸ ਸ਼ੌਪ ਇਜ਼ ਏ few blocks away and he will be glad to teach you how to bake bread and pies. He is expecting you tonight at 8:30. ਤਾਂ ਫਿਰ ਕੀ ਹੈ, ਜਿਹੜਾ ਉਹ ਨੇੜੇ ਹੀ ਉਸਦੀ ਸ਼ੌਪ ਹੁੰਦੀ ਹੈ, few blocks away, ਤਾਂ ਉਹ ਤੁਹਾਨੂੰ ਸਿਖਾਊਗਾ ਵੀ ਬ੍ਰੈਡ ਕਿਵੇਂ ਬਣਾਉਣੇ ਹੈ ਤੇ ਬਿਸਕੁਟ ਵਗੈਰਾ ਕਿਵੇਂ ਬਣਾਉਣੇ ਹੈ, ਤੇ 8:30 ਵਜੇ ਤੇਰੀ ਉੱਥੇ ਪਹੁੰਚਣ ਦਾ ਉਹਨੂੰ ਉਮੀਦ ਹੈ ਵੀ ਤੂੰ ਉੱਥੇ ਪਹੁੰਚ ਜਾਏਗਾ। ਹੁਣ ਆਪਾਂ ਨੈਕਸਟ ਪੜ੍ਹਦੇ ਹਾਂ। ਗੁੱਡ ਸੈਡ ਫਿਲਿਪ ਬਟ ਵਿਦ ਲਿਟਲ ਐਂਥੂਸੀਅਜ਼ਮ। ਉਹ ਕਹਿੰਦਾ ਹਾਂ ਬਹੁਤ ਵਧੀਆ, ਪਰੰਤੂ ਜ਼ਿਆਦਾ ਐਂਥੂਸੀਅਜ਼ਮ ਨਹੀਂ ਹੁੰਦੀ, ਜੋਸ਼ ਨਹੀਂ ਹੁੰਦਾ। ਮਿਸਟਰ ਸੋਸਾ ਪੁੱਟ ਹਿਜ਼ ਹੈਂਡ ਔਨ ਫਿਲਿਪਸ ਸ਼ੋਲਡਰ ਐਂਡ ਕੰਟੀਨਿਊਡ ਮੋਰ ਸੀਰੀਅਸਲੀ, Philip, I have noticed that bakers aren't always well educated. I believe that it would be profitable for you to educate yourself beyond the level of most bakers. Perhaps you will then be more successful in your business. For this reason, I must insist that you keep on with your education even though you stop taking your music lessons. When you have finished school, you can become a full-time baker. ਹੁਣ ਉਸਦੇ ਪਿਤਾ ਇੱਕ ਗੱਲ ਸਮਝਾਉਂਦੇ ਆ ਵੀ ਜਿਹੜੇ ਬੇਕਰਸ ਹੈ ਨਾ ਉਹ ਜ਼ਿਆਦਾ ਐਜੂਕੇਟਡ ਨਹੀਂ ਹੁੰਦੇ, ਆਰੰਟ ਵੈਲ ਐਜੂਕੇਟਡ, ਤੇ ਪਰ ਪ੍ਰੋਫਿਟੇਬਲ ਹੋਊਗਾ ਜੇ ਤੂੰ ਆਪਦੇ ਆਪ ਨੂੰ ਚੰਗੀ ਤਰ੍ਹਾਂ ਐਜੂਕੇਟ ਕਰ ਲਵੇਂ, ਦੂਜੇ ਬੇਕਰਸ ਨਾਲੋਂ ਵਧੀਆ ਸਿੱਖਿਅਤ ਕਰ ਲਵੇਂ, ਤਾਂ ਫਿਰ ਤੇਰੇ ਬਿਜ਼ਨਸ ਵਿੱਚ ਉਹ ਤੂੰ ਜ਼ਿਆਦਾ ਸਕਸੈਸਫੁਲ ਰਹੇਗਾ। ਤੇ ਵੀ ਮੈਂ ਇਹ ਚਾਹੂੰਗਾ ਜੇ ਤੂੰ ਮਿਊਜ਼ਿਕ ਲੈਸਨ ਤਾਂ ਨਹੀਂ ਲੈਣੇ, ਪਰ ਤੂੰ ਪੜ੍ਹਾਈ ਆਪਦੀ ਜਾਰੀ ਰੱਖ, ਜਦੋਂ ਤੂੰ ਆਪਦੀ ਸਕੂਲਿੰਗ ਫਿਨਿਸ਼ ਕਰ ਲਈ ਉਸ ਤੋਂ ਬਾਅਦ ਤੂੰ ਫੁੱਲ ਟਾਈਮ ਬੇਕਰ ਬਣ ਜੀ। ਤਾਂ ਮੈਂ ਚਾਹਨਾ ਵੀ ਤੂੰ ਬੇਕਰੀ ਵੀ ਕਰ ਤੇ ਨਾਲ ਸਕੂਲ ਵੀ ਜਾਂਦਾ ਰਹੇ। ਫਿਲਿਪ ਵਿਲਿੰਗਲੀ ਐਗਰੀਡ ਟੂ ਕੰਟੀਨਿਊ ਹਿਜ਼ ਐਜੂਕੇਸ਼ਨ। ਹੁਣ ਉਹ ਰਾਜੀ ਹੋ ਜਾਂਦਾ ਇਸ ਗੱਲ 'ਤੇ ਵੀ ਮੈਂ ਹਾਂ ਕੰਟੀਨਿਊ ਕਰੂੰਗਾ ਆਪਦੀ ਐਜੂਕੇਸ਼ਨ ਨੂੰ। At 8:30 that evening, Philip went to the bakery. There he watched the bakers at work mixing bread and making pies. ਹੁਣ ਫਿਲਿਪ ਬੇਕਰੀ ਚਲਾ ਜਾਂਦਾ, ਉੱਥੇ ਬ੍ਰੈਡ ਬਣਦੇ ਪਏ ਆ, ਪਾਈਜ਼ ਵਗੈਰਾ ਬਿਸਕੁਟ ਵਗੈਰਾ ਬਣਦੇ ਪਏ ਆ, ਇਸ ਤਰ੍ਹਾਂ ਦੀ ਚੀਜ਼ਾਂ। ਤੇ ਉਸ ਤੋਂ ਬਾਅਦ ਹੈ ਐਵਰੀਥਿੰਗ ਹੀ ਸਾ ਵਾਜ਼ ਨਿਊ ਟੂ ਹਿਮ ਐਂਡ ਫॉर ਏ ਵਾਈਲ ਇਟ ਸੀਮਡ ਵੈਰੀ ਇੰਟਰਸਟਿੰਗ। ਹੁਣ ਜਿਹੜੀ ਚੀਜ਼ਾਂ ਦੇਖ ਰਿਹਾ ਉਹਨੂੰ ਉਹਦੇ ਲਈ ਬੜੀਆਂ ਨਵੀਆਂ ਹੈ, ਖਾ ਤਾਂ ਭਾਵੇਂ ਲੈਂਦੇ ਆ ਪਰ ਬਣਦੀਆਂ ਚੀਜ਼ਾਂ ਨਹੀਂ ਵੇਖੀਆਂ ਸੀ ਨਾ, ਇਸ ਕਰਕੇ ਉਹਨੂੰ ਬੜੀਆਂ ਇੰਟਰਸਟਿੰਗ ਲੱਗ ਰਹੀਆਂ ਸੀ। ਦ ਬੇਕਰਸ ਇੰਪ੍ਰੈਸਡ ਫਿਲਿਪ ਵਿਦ ਦੇਅਰ ਸਪੀਡ ਐਂਡ ਸਕਿੱਲ। ਜਿਹੜੇ ਬੇਕਰ ਉੱਥੇ ਕੰਮ ਕਰਦੇ ਪਏ ਸੀ ਨਾ, ਉਸ ਦੇ ਸਕਿੱਲ ਨਾਲ ਤੇ ਸਪੀਡ ਨਾਲ ਫਿਲਿਪ ਬੜਾ ਇੰਪ੍ਰੈਸ ਹੋਇਆ ਵੀ ਬੜਾ ਵਧੀਆ ਕੰਮ ਕਰੀ ਜਾਂਦੇ ਆ। ਐਂਡ ਹੀ ਵਾਜ਼ ਅਮੇਜ਼ਡ ਐਟ ਦ ਅਮਾਊਂਟ ਆਫ ਬ੍ਰੈਡ ਦੈਟ ਵਾਜ਼ ਬੀਇੰਗ ਮੇਡ। ਲੇਟਰ ਹੀ ਗ੍ਰਿਊ ਟਾਇਰਡ ਐਂਡ ਸਲੈਪਟ ਵਾਈਲ ਦ ਬ੍ਰੈਡ ਵਾਜ਼ ਬੇਕਿੰਗ।
ਹੁਣ ਉੱਥੇ ਹੀ ਉਹ ਸੌਂ ਗਿਆ, ਥੱਕ ਗਿਆ ਸੀ ਤੇ ਬ੍ਰੈਡ ਅਜੇ ਬਣਦੀ ਪਈ ਸੀ ਤੇ ਉੱਥੇ ਸੌਂ ਗਿਆ। ਹੁਣ ਆਪਾਂ ਨੈਕਸਟ ਪੇਜ ਪੜ੍ਹਦੇ ਹਾਂ। Very early the next morning, Philip helped load the big bakery wagon. Then he went out with the driver to deliver the bread. By 8 o'clock he was through and went home to the breakfast. ਹੁਣ ਅਗਲੇ ਸਵੇਰ ਜਦੋਂ ਉੱਠਿਆ, ਰੈਡੀ ਸੀਗੀ ਬੇਕਰੀ ਦੀ ਵੈਗਨ, ਇੱਕ ਗੱਡੀ ਜਿਹਦੇ 'ਚ ਬ੍ਰੈਡ ਨੂੰ ਡਿਲੀਵਰ ਕਰਨ ਵਾਸਤੇ ਭੇਜਿਆ ਜਾਣਾ ਸੀ, ਤਾਂ ਲੋਡ ਕੀਤੀ ਗਈ ਤੇ ਫਿਰ 8 ਵਜੇ ਉਹ ਘਰੇ ਬ੍ਰੇਕਫਾਸਟ ਕਰਨ ਦੇ ਲਈ ਚਲਾ ਗਿਆ। ਇਹ ਸਾਰੇ ਕੰਮਾਂ ਤੋਂ ਬਾਅਦ Philip kept his agreement with his father and went to school that morning. After school he did not feel like playing baseball. ਹੁਣ ਜਦੋਂ ਸਕੂਲ ਜਾਂਦਾ ਹੈ ਆਪਦੇ ਪਿਤਾ ਨਾਲ, ਜਿਵੇਂ ਉਹਨੇ ਪ੍ਰੋਮਿਸ ਕੀਤਾ ਹੁੰਦਾ ਨਾ, ਐਗਰੀਮੈਂਟ ਕੀਤਾ ਹੁੰਦਾ, ਸਕੂਲ ਜਾਂਦਾ ਆ ਕੇ ਹੁਣ ਉਹਦਾ ਦਿਲ ਨਹੀਂ ਕਰਦਾ ਪਿਆ ਹੁੰਦਾ ਬੇਸਬਾਲ ਖੇਡਣ ਨੂੰ। ਟੂ ਟਾਇਰਡ ਟੂ ਡੂ ਐਨੀਥਿੰਗ ਐਲਸ, ਉਸਦਾ ਹੋਰ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਪਿਆ ਹੁੰਦਾ। He went home and sat around until after supper. Then it was time to return to the bakery. ਹੁਣ ਦੇਖੋ ਸਕੂਲੋਂ ਆਇਆ, ਘਰੇ ਬੈਠਾ, ਫਿਰ ਉਸ ਤੋਂ ਬਾਅਦ ਕੀ ਹੈ, ਸ਼ਾਮ ਦਾ ਟਾਈਮ ਹੋ ਗਿਆ ਤੇ ਫਿਰ ਬਾਅਦ ਚ ਕਾਹਦਾ ਟਾਈਮ ਹੋ ਗਿਆ ਵੀ ਚਲੋ ਹੁਣ ਕਿੱਥੇ ਜਾਣਾ ਹੈ, ਬੇਕਰੀ। ਵੇਅਰ ਹੀ ਸਪੈਂਟ ਅਨਦਰ ਇਵਨਿੰਗ ਵੈਰੀ ਮਚ ਲਾਈਕ ਦਾ ਫਸਟ। ਆ ਲਾਈਨ ਯੂਜ਼ ਕਰਨੀ ਆਪਾਂ, ਅਨਦਰ ਇਵਨਿੰਗ ਉਸੇ ਤਰ੍ਹਾਂ ਹੀ ਸਪੈਂਡ ਕਰਦਾ ਉਹ ਜਿਵੇਂ ਪਹਿਲੇ ਦਿਨ ਕੀਤੀ ਸੀ। ਜਿਵੇਂ ਜਾਂਦਾ ਉੱਥੇ ਬੇਕਰੀ ਬਣਦੀ ਹੈ, ਦੇਖਦਾ, ਫਿਰ ਸਵੇਰੇ ਹੈਲਪ ਕਰਦਾ ਤੇ ਫਿਰ ਆਦੇ ਸਕੂਲ ਜਾਣ ਵਾਸਤੇ ਉਹ ਘਰੇ ਆਉਂਦਾ। ਕੀ ਲਾਈਨ ਹੈ, ਆਫਟਰ ਹੈਲਪਿੰਗ ਵਿਦ ਦਾ ਮਾਰਨਿੰਗ ਡਿਲੀਵਰੀ ਹੀ ਵੈਂਟ ਟੂ ਸਕੂਲ ਅਗੇਨ ਬਟ ਹੀ ਵਾਜ਼ ਟੂ ਟਾਇਰਡ ਟੂ ਲਰਨ ਮਚ। ਹੁਣ ਦੇਖੋ ਸਕੂਲ ਤਾਂ ਜਾਂਦਾ ਪਰੰਤੂ ਉਹ ਇੰਨਾ ਥੱਕਿਆ ਹੁੰਦਾ ਤੇ ਕੁਝ ਵੀ ਹੁੰਦਾ ਸਿੱਖਣ ਨੂੰ ਦਿਲ ਨਹੀਂ ਕਰਦਾ। When evening came, he dejectedly dragged himself off for his third night of work at the bakery. Watching the bakers no longer seemed interesting. ਹੁਣ ਦੇਖੋ ਵੀ 2 ਕੁ ਦਿਨਾਂ 'ਚ ਕੀ ਫਰਕ ਪੈ ਗਿਆ। ਉਹ ਆਪਦੇ ਆਪ ਨੂੰ ਖਿੱਚਦਾ ਧੂੰਦਾ ਉੱਥੇ ਪਹੁੰਚਦਾ ਬੇਕਰੀ 'ਚ ਤੀਜੇ ਦਿਨ, ਤੇ ਜਦੋਂ ਹੁਣ ਵੇਖਦਾ ਨਾ ਬੇਕਰਸ ਨੂੰ ਕੰਮ ਕਰਦਿਆਂ ਹੋਇਆਂ, ਵਾਚਿੰਗ ਦਾ ਬੇਕਰਸ ਨੋ ਲੋਂਗਰ ਸੀਮਡ ਇੰਟਰਸਟਿੰਗ, ਹੁਣ ਉਹਨੂੰ ਇੰਟਰਸਟਿੰਗ ਨਹੀਂ ਲੱਗਦਾ ਪਿਆ ਸੀਗਾ। ਵੀ 3 ਦਿਨਾਂ ਦੇ ਵਿੱਚ ਹੀ ਦੇਖੋ ਬੇਟੇ ਵੀ ਉਹਦਾ ਇੰਟਰਸਟ ਜਿਹੜਾ ਉਹਦੇ 'ਚ ਹੁਣ ਨਹੀਂ ਰਿਹਾ। ਆਫਟਰ ਮਿਡਨਾਈਟ ਦ ਬੇਕਰਸ ਬੇਬੀ ਸਟਾਰਟਡ ਟੂ ਕਰਾਈ। ਆਫਟਰ ਮਿਡਨਾਈਟ ਹੁਣ ਬੇਕਰ ਦਾ ਬੱਚਾ ਹੈ, ਉਹ ਅੱਧੀ ਰਾਤ ਨੂੰ ਰੋਣਾ ਸ਼ੁਰੂ ਕਰ ਦਿੱਤਾ ਉਹਨੇ। ਦ ਬੇਕਰਸ ਵਾਈਫ ਸੈਡ ਟੂ ਫਿਲਿਪ ਗੋ ਅਪਸਟੇਅਰਸ ਐਂਡ ਰੋਕ ਦਾ ਕਰੈਡਲ। ਹੁਣ ਦੇਖੋ ਇਹ ਬੱਚਾ ਹੁਣ ਉੱਥੇ ਕੰਮ ਸਿੱਖਣ ਆਇਆ ਤੇ ਜਿਹੜਾ ਮਾਲਕ ਹੈ ਉਹਦੀ ਪਤਨੀ ਉਹ ਕਹਿੰਦੀ ਜਾ ਉੱਪਰ ਜਾ ਤੇ ਬੱਚੇ ਨੂੰ ਜਿਹੜਾ ਝੂਲਾ ਹੈ ਉਹਨੂੰ ਰੋਕ ਕਰਕੇ ਆ, ਮਤਲਬ ਝੂਟੇ ਦੇ ਕੇ ਆ ਬੱਚੇ ਨੂੰ, ਬੱਚਾ ਰੋਈ ਜਾਂਦਾ। ਓਨਲੀ ਹਾਫ ਅਵੇਕ, ਹੁਣ ਇਹ ਵੀ ਤਾਂ ਬੱਚਾ ਹੀ ਹੈ, ਇੱਦਾਂ ਜਾਗਦਾ ਸੀ। ਪੂਅਰ ਫਿਲਿਪ ਡਿਡ ਐਜ਼ ਸ਼ੀ ਰਿਕੁਐਸਟਡ, ਜਿਵੇਂ ਉਹਨੇ ਕਿਹਾ ਸੀ ਫਿਰ ਉਵੇਂ ਕਰਦਾ ਉਹ। ਦ ਕਰੈਡਲ swam before Philip's sleepy eye as he began to rock it. In a twinkling he had fallen asleep, ignoring the baby's loud yells. ਹੁਣ ਦੇਖੋ ਇਹ ਵੀ ਬੱਚਾ ਹੀ ਹੈ ਨਾ, ਇਹਦੀਆਂ ਅੱਖਾਂ ਤਾਂ ਦੇ ਸਾਹਮਣੇ ਕਰੈਡਲ ਚਲੋ ਚੱਲੀ ਤਾਂ ਜਾਂਦਾ, ਪਰ ਇਹ ਕੀ ਹੁੰਦਾ ਹੈ, ਇਨ ਏ ਟਵਿੰਕਲਿੰਗ ਪਲ ਭਰ ਵਿੱਚ ਹੀ ਇਹ ਆਪ ਸੌ ਜਾਂਦਾ ਤੇ ਬੇਬੀ ਦੀਆਂ ਲਾਊਡ ਯੈਲਸ ਚੀਕਾਂ ਉਹਨੂੰ ਇਗਨੋਰ ਕਰ ਦਿੰਦਾ। ਹੁਣ ਬੱਚੇ ਨੂੰ ਨੀਂਦ ਆਈ ਹੋਈ ਹੈ ਇਹਨੂੰ ਵੀ। ਵੈਨ ਦਾ ਬੇਬੀ ਕੰਟੀਨਿਊਡ ਟੂ ਕਰਾਈ, ਵੈਨ ਦਾ ਬੇਬੀ ਕੰਟੀਨਿਊਡ ਟੂ ਕਰਾਈ ਇਟਸ ਮਦਰ ਰੈਨ ਅਪਸਟੇਅਰਸ ਟੂ ਸੀ ਵਾਟ ਵਾਜ਼ ਰੋਂਗ। ਸ਼ੀ ਅਰਾਊਜ਼ਡ ਫਿਲਿਪ ਐਂਡ ਸਕੋਲਡਡ ਹਿਮ। ਹੁਣ ਕੀ ਹੁੰਦਾ ਬੇਟੇ, ਹੁਣ ਜਿਹੜਾ ਬੱਚਾ ਉਹ ਰੋਣਾ ਜਾਰੀ ਰੱਖਦਾ, ਮਾਂ ਉੱਪਰ ਆ ਜਾਂਦੀ ਹੈ ਫਿਰ ਅਪਸਟੇਅਰਸ ਤੇ ਦੇਖਦੀ ਹੈ ਵੀ ਕੀ ਪ੍ਰੋਬਲਮ ਹੋਈ ਹੈ, ਤਾਂ ਫਿਲਿਪ ਨੂੰ ਆ ਕੇ ਝਿੜਕਦੀ ਹੈ, ਜਗਾਉਂਦੀ ਪਹਿਲਾਂ ਉਹਨੂੰ ਫਿਰ ਉਹਨੂੰ ਝਿੜਕਦੀ ਹੈ। ਵੈਨ ਫਿਲਿਪ ਗੋਟ ਹੋਮ ਆਫਟਰ ਡਿਲੀਵਰਿੰਗ ਬ੍ਰੈਡ ਔਨ ਦਾ ਥਰਡ ਮਾਰਨਿੰਗ ਹੀ ਵਾਜ਼ ਅਟਰਲੀ ਐਗਜ਼ਾਸਟਡ। ਹਿਜ਼ ਫਾਦਰ ਸੈਡ ਹਾਊ ਡੂ ਯੂ ਫੀਲ ਦਿਸ ਮਾਰਨਿੰਗ। ਹੁਣ ਜਦੋਂ ਤੀਜੇ ਦਿਨ ਬਾਅਦ ਡਿਲੀਵਰਿੰਗ ਬ੍ਰੈਡ ਕਰਨ ਤੋਂ ਬਾਅਦ ਜਦੋਂ ਬਹੁਤ ਥੱਕਿਆ ਹੁੰਦਾ, ਐਗਜ਼ਾਸਟਡ ਮੈਨੇ ਬਹੁਤ ਜ਼ਿਆਦਾ ਥੱਕਿਆ ਹੋਣਾ, ਅਟਰਲੀ ਮੈਨੇ ਕੰਪਲੀਟਲੀ। ਹੁਣ ਉਹਦੇ ਪਿਤਾ ਪੁੱਛਦੇ ਹੈ ਵੀ ਤੂੰ ਕੀ ਫੀਲ ਕਰਦਾ ਪਿਆ ਬੇਟੇ, ਹਾਊ ਡੂ ਯੂ ਫੀਲ ਦਿਸ ਮਾਰਨਿੰਗ, ਅੱਜ ਤੈਨੂੰ ਕਿਵੇਂ ਲੱਗ ਰਿਹਾ ਹੈ। ਬਟ ਫਿਲਿਪ ਫੈਲ ਸਾਊਂਡ ਅਸਲੀਪ ਬਿਫੋਰ ਹੀ ਕੁਡ ਆਨਸਰ, ਪਰੰਤੂ ਉਹਨੂੰ ਤਾਂ ਇੰਨੀ ਨੀਂਦ ਆਈ ਹੋਈ ਸੀ ਆਨਸਰ ਦੇਣ ਤੋਂ ਪਹਿਲਾਂ ਹੀ ਸੌ ਜਾਂਦਾ ਉਹ। ਇਨ ਏ ਲੋ ਵਾਇਸ ਮਿਸਟਰ ਸੋਸਾ ਮਰਮਰਡ ਇੰਸਟਰਕਸ਼ਨ ਟੂ ਮਿਸਿਸ ਸੋਸਾ ਗਿਵ ਦਾ ਲੈਡ ਮੈਨੇ ਬੱਚਾ ਸਮ ਬ੍ਰੇਕਫਾਸਟ ਐਂਡ ਪੁੱਟ ਹਿਮ ਟੂ ਬੈਡ ਲੈਟ ਹਿਮ ਸਲੀਪ ਆਲ ਡੇ। ਹੁਣ
ਮਿਸਟਰ ਸੋਸਾ ਆਪਦੀ ਪਤਨੀ ਮਿਸਿਸ ਸੋਸਾ ਨੂੰ ਇਨਸਟਰਕਸ਼ਨ ਦਿੰਦਾ ਹੈ ਵੀ ਬੱਚੇ ਨੂੰ ਬ੍ਰੇਕਫਾਸਟ ਦੇ ਤੇ ਇਹਨੂੰ ਸੌਣ ਦੇ ਸਾਰਾ ਦਿਨ ਅੱਜ। That evening he said to his son, of course you still want to be a baker? Of course, तू अजय भी बेकर बनना चाहना फिलिप? Don't you? फिलिप बनना चाहना तू? बेकर बनना चाहना तू? No, groaned the weary boy. थक क्या होया? weary मैंने थक क्या है? groan मैंने चीखना, जिवें अंदर चीस निकलती है। आई वुड रादर डाई दैन बी ए बेकर। ਹੁਣ ਦੇਖੋ ਆ ਗਿਆ ਨਾ ਲਾਈਨ ਤੇ, ਮੈਂ ਕਹਿੰਦਾ ਵੀ ਬੇਕਰ ਬਣਨ ਨਾਲੋਂ ਮਰ ਜਾਣਾ ਪਸੰਦ ਕਰਾਂਗਾ। ਆਈ ਵੁਡ ਰਾਦਰ ਡਾਈ, ਮੈਂ ਮਰਨਾ ਪਸੰਦ ਕਰੂੰਗਾ ਕਿਹਦੇ ਨਾਲੋਂ? ਦੈਨ ਬੀ ਏ ਬੇਕਰ, ਬੇਕਰ ਬਣਨ ਨਾਲੋਂ। ਤਾਂ ਬੇਟੇ ਜਿਹੜੀ ਚੀਜ਼ 'ਚ ਇੰਟਰਸਟ ਹੈ ਨਾ, ਕੰਮ ਉਹਦੇ 'ਚ ਹੀ ਹੁੰਦਾ ਵਧੀਆ। ਹੁਣ ਬੇਕਰ ਹੁੰਦਾ ਕੋਈ ਇੰਟਰਸਟ ਹੀ ਨਹੀਂ ਸੀਗਾ, ਪਤਾ ਨਹੀਂ ਇਹਨੇ ਕਿਵੇਂ ਕਹਿਤਾ, ਤੇ ਹੁਣ ਹੁੰਦਾ ਤੀਜੇ ਦਿਨ ਹੀ ਉਹਨੂੰ ਜਵਾਬ ਹੋ ਗਿਆ ਨਾ ਵੀ ਮੈਂ ਨਹੀਂ ਇਹ ਬਣਨਾ, ਮੈਂ ਤਾਂ ਮਰ ਜਾਊਂਗਾ। ਦੈਨ concluded his father gently, I think that the only practical course of action is to make up with esputa। ਤਾਂ ਫਿਰ ਹੁਣ ਪ੍ਰੈਕਟੀਕਲੀ ਹੁਣ ਗੱਲ ਕਿਹੜੀ ਆ ਗਈ? to make up with esputa। ਹੁਣ esputa ਨਾਲ ਬਣਾ ਲਾ ਆਪਦੀ, and start your music lessons again। ਤੇ ਦੁਬਾਰਾ ਆਪਦੇ ਲੈਸਨ ਸ਼ੁਰੂ ਕਰ ਦੇ। After that, Philip and his music teacher became the best of friends। The youngster studied hard, and because he possessed remarkable ability, ਉਹਦੇ 'ਚ ਰਿਮਾਰਕੇਬਲ ਐਬਿਲਿਟੀ ਸੀ, ਬੜੀ ਯੋਗਤਾ ਸੀ ਕਿਹਦੇ 'ਚ? ਫਿਲਿਪ ਸੋਸਾ ਵਿੱਚ। ਹੀ ਹੈਡ ਗੇਨਡ ਏ ਰੈਪੂਟੇਸ਼ਨ ਐਜ਼ ਏ ਫਾਈਨ ਮੈਨੇ ਵਧੀਆ ਵਾਇਲਨ ਪਲੇਅਰ ਬਾਈ ਦਾ ਟਾਈਮ ਹੀ ਵਾਜ਼ 13 ਈਅਰਸ ਓਲਡ। 13 ਸਾਲਾਂ ਦਾ ਸੀ ਤਾਂ ਬੜੀ ਪ੍ਰਸਿੱਧੀ ਹੋ ਚੁੱਕੀ ਸੀ ਉਸਦੀ ਵੀ ਇਹ ਬਹੁਤ ਵਧੀਆ ਵਾਇਲਨ ਦਾ ਪਲੇਅਰ ਹੈ। ਹੁਣ ਦੇਖੋ ਬੇਟੇ ਦੁਬਾਰਾ ਉਹਦੀ ਦੋਸਤੀ ਹੋ ਗਈ ਹੁੰਦੀ ਫਿਲਿਪ ਨਾਲ, ਫਿਲਿਪ ਦੀ ਆਪਦੇ ਮਿਊਜ਼ਿਕ ਟੀਚਰ ਨਾਲ, ਵਧੀਆ ਲੈਸਨ ਸਿੱਖੇ ਤੇ ਉਹਨੇ ਮਾਰ ਲਏ। ਫਿਰ 13 ਸਾਲਾਂ ਦੀ ਉਮਰ ਵਿੱਚ ਹੀ ਵਧੀਆ ਤਰ੍ਹਾਂ ਸਿੱਖ ਗਿਆ, ਆਲੇ ਦੁਆਲੇ ਬਹੁਤ ਪ੍ਰਸਿੱਧੀ ਹੋ ਗਈ, ਰੈਪੂਟੇਸ਼ਨ ਬਣ ਗਈ ਹੁੰਦੀ। ਹੁਣ ਆਪਾਂ ਨੈਕਸਟ ਪੇਜ ਪੜ੍ਹਦੇ ਹਾਂ। One day while Philip was busy practicing, a man came to the door. He said, I have been listening for 5 minutes. You play the violin very nicely. Won't you come in? asked Philip। ਹੁਣ ਕੋਈ ਜਣਾ ਆ ਕੇ ਬਾਹਰ ਖੜਾ ਹੁੰਦਾ ਤਾਂ ਪੁੱਛਦਾ ਵੀ ਮੈਂ ਨਾ 5 ਮਿੰਟਾਂ ਤੋਂ ਸੁਣ ਰਿਹਾ ਸੀ ਵਾਇਲਨ ਤੇਰੀ, ਤੇ ਤੂੰ ਬੜੀ ਵਧੀਆ ਵਾਇਲਨ ਵਜਾਣਾ। ਫਿਲਿਪ ਨੂੰ ਕਹਿੰਦਾ ਤੂੰ ਅੰਦਰ ਨਹੀਂ ਆਏਗਾ? ਅੰਦਰ ਆ ਜਾ। ਥੈਂਕ ਯੂ ਆਈ ਵਿਲ, ਸੈਡ ਦਾ ਮੈਨ। ਹੀ ਸਟੈਪਡ ਇਨਸਾਈਡ ਐਂਡ ਕੰਟੀਨਿਊਡ, ਹੈਵ ਯੂ ਐਵਰ ਥਾਟ ਅਬਾਊਟ ਜੁਆਇਨਿੰਗ ਏ ਸਰਕਸ? ਵਾਈ ਨੋ ਸਰ। ਹੁਣ ਜਿਹੜਾ ਬੰਦਾ ਆ ਕੇ ਇਹਨੂੰ ਕੀ ਆਫਰ ਕਰਦਾ ਵੀ ਤੂੰ ਕਦੇ ਸਰਕਸ ਜੁਆਇਨ ਕਰਨ ਬਾਰੇ ਨਹੀਂ ਸੋਚਿਆ? ਹੁਣ ਦੇਖੋ ਸਰਕਸ ਦਾ ਕੀ ਮਤਲਬ ਹੋਇਆ। ਸਰਕਸ ਦੇ ਵਿੱਚ ਇੱਕ ਬੈਂਡ ਚੱਲਦਾ ਹੁੰਦਾ ਹੈ, ਤਾਂ ਉਹ ਬੰਦਾ ਇਹਨੂੰ ਬੈਂਡ ਵਿੱਚ ਲਾਉਣ ਦਾ ਸ਼ਾਇਦ ਇਰਾਦਾ ਰੱਖਦਾ ਹੈ, ਤਾਂ ਉਹਨੂੰ ਕੀ ਕਹਿੰਦਾ ਆ ਕੇ ਵੀ ਹੈਵ ਯੂ ਐਵਰ ਥਾਟ ਅਬਾਊਟ ਜੁਆਇਨਿੰਗ ਏ ਸਰਕਸ? ਵਾਈ ਨੋ ਸਰ। ਫਿਲਿਪ ਕਹਿੰਦਾ ਨਹੀਂ, ਆਈ ਐਮ ਲੀਡਰ ਆਫ ਦਾ ਬੈਂਡ ਇਨ ਦਾ ਸਰਕਸ ਦੈਟ ਸ਼ੋਇੰਗ ਨੀਅਰ ਪੈਨਿਸਿਲਵੇਨੀਆ ਐਵੇਨਿਊ, ਐਂਡ ਸੈਡ ਦਾ ਮੈਨ ਇਫ ਯੂ ਸ਼ੁਡ ਕੇਅਰ ਟੂ ਜੁਆਇਨ ਅਸ ਆਈ ਵੁੱਡ ਬੀ ਮੋਸਟ ਹੈਪੀ ਟੂ ਇੰਪਲਾਈ ਯੂ। ਹੁਣ ਇਹਨੂੰ ਆਫਰ ਮਿਲਦੀ ਹੈ, ਕਹਿੰਦਾ ਇੱਥੇ ਨੇੜੇ ਹੀ ਸਰਕਸ ਚਲਦੀ ਪਈ ਹੈ, ਜੇ ਤੂੰ ਸਾਨੂੰ ਜੁਆਇਨ ਕਰਨਾ ਚਾਹੁੰਦਾ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ। Visions of a wonderful life in the circus flashed through Philip's mind. I would like to do it, he said wistfully। ਉਹ ਕਹਿੰਦਾ ਹਾਂ ਮੈਂ ਕਰਨਾ ਚਾਹਣਾ, but I don't think my father would let me go। ਪਰੰਤੂ ਮੇਰੇ ਪਿਤਾ ਨੇ ਮੈਨੂੰ ਜਾਣ ਨਹੀਂ ਦੇਣਾ। Don't tell him, said the man। ਤੇ ਦੱਸ ਹੀ ਨਾ ਉਹਨੂੰ ਤੂੰ। The circus man's suggestion shocked Philip। ਫਿਲਿਪ ਹੁਣ ਬੱਚਾ ਹੈ, ਉਹ ਇਸ ਸਜੈਸ਼ਨ ਤੋਂ ਸ਼ੌਕ ਹੋ ਜਾਂਦਾ ਵੀ ਮੈਂ ਉਹਦੇ ਪਿਤਾ ਨੂੰ ਨਾ ਦੱਸਾਂ। Oh, I could not just go off without asking him। ਮੈਂ ਉਸਨੂੰ ਦੱਸੇ ਬਿਨਾਂ ਨਹੀਂ ਜਾ ਸਕਦਾ, Philip answered। But often fathers don't understand what a fine very future that there is for a boy who is traveling with a circus, the man argued। ਕਹਿੰਦਾ ਪਿਤਾ ਨੂੰ ਨਹੀਂ ਪਤਾ ਹੁੰਦਾ ਵੀ ਇੱਕ ਬੱਚਾ ਉਹਦਾ ਕਿੱਡਾ ਵਧੀਆ ਫਿਊਚਰ ਹੋ ਸਕਦਾ ਹੈ ਜੇ ਉਹ ਇਸ ਤਰ੍ਹਾਂ ਸਰਕਸ ਜੁਆਇਨ ਕਰੇ ਤਾਂ। I will tell you what to do। Tomorrow night you bring your fiddle and go along with us when we leave। ਉਹਨੇ ਕਹਿੰਦਾ ਵੀ ਤੂੰ ਕੱਲ ਰਾਤ ਨੂੰ ਤੂੰ ਬਸ ਆਪਦਾ ਇੰਸਟਰੂਮੈਂਟ ਚੱਕੀ, ਫਿਡਲ ਚੱਕੀ, ਵਾਇਲਨ ਚੱਕੀ, ਤੇ ਜਦੋਂ ਅਸੀਂ ਜਾਵਾਂਗੇ ਤੂੰ ਸਾਡੇ ਨਾਲ ਤੁਰ ਪਈ। ਹੁਣ ਆਪਾਂ ਅੱਗੋਂ ਪੜ੍ਹਦੇ ਹਾਂ ਬੇਟੇ। After we have been away for a day or two, you can write your father and tell him what a wonderful time you are having। Perhaps he won't interfere then। ਤੂੰ
ਸਾਡੇ ਨਾਲ ਚੱਲਦਾ ਰਹੀ। 2-3 ਦਿਨਾਂ ਬਾਅਦ ਆਪਦੇ ਪਿਤਾ ਨੂੰ ਦੱਸਦੀ ਵੀ ਮੇਰਾ ਬੜਾ ਵਧੀਆ ਟਾਈਮ ਲੰਘੀ ਜਾਂਦਾ, ਫਿਰ ਉਹ ਇੰਟਰਫੇਅਰ ਨਹੀਂ ਕਰਨਗੇ। ਅਦਰਵਾਈਜ਼ ਇਫ ਯੂ ਟੈਲ ਹਿਮ ਨਾਓ ਹੀ ਮਾਈਟ ਫੋਰਬਿਡ ਯੂ ਟੂ ਗੋ। ਜੇਕਰ ਤੂੰ ਹੁਣ ਦੱਸਦਾ ਫਿਰ ਤੈਨੂੰ ਉਹ ਫੋਰਬਿਡ ਕਰ ਦੇਣਗੇ, ਮਨਾ ਕਰ ਦੇਣਗੇ, ਫਿਰ ਨਹੀਂ ਤੈਨੂੰ ਜਾਣ ਦੇਣਾ। ਫਿਲਿਪ ਫਾਈਨਲੀ ਐਗਰੀਡ ਟੂ ਰਿਪੋਰਟ ਦਾ ਫੋਲੋਇੰਗ ਨਾਈਟ। ਹੁਣ ਫਿਲਿਪ ਦੇ ਮਨ 'ਚ ਆ ਗਿਆ ਵੀ ਹਾਂ ਮੈਂ ਚੱਲ ਕੱਲ ਤੇਰੇ ਕੋਲ ਆਉਣਾ ਰਾਤੀ। ਦ ਮੋਰ ਹੀ ਥਾਟ ਅਬਾਊਟ ਹਿਸ ਡਿਸੀਜਨ ਐਂਡ ਅਬਾਊਟ ਦ ਗਲੋਰੀ ਇਨ ਸਟੋਰ ਫॉर ਹਿਮ। ਹੁਣ ਬੱਚਾ ਉਹਦੇ ਮਨ ਵਿੱਚ ਖਿਆਲ ਆਉਣੇ ਸ਼ੁਰੂ ਹੋ ਗਏ ਵੀ ਕਿੱਡੀ ਸ਼ਾਨਦਾਰ ਜ਼ਿੰਦਗੀ ਹੋਊਗੀ, ਕਿੰਨਾ ਸ਼ਾਨਦਾਰ ਫਿਊਚਰ ਹੋਊਗਾ ਜੇ ਇਸ ਤਰ੍ਹਾਂ ਜੁਆਇਨ ਕਰਦਾ ਹੈ। ਦ ਮੋਰ ਇਲੇਟਡ ਹੀ ਫੈਲਟ, ਉਹ ਹੋਰ ਜ਼ਿਆਦਾ ਉਤਸ਼ਾਹਿਤ ਫੀਲ ਕਰ ਰਿਹਾ। ਐਟ ਲਾਸਟ ਹੀ ਕੁਡ ਕੀਪ ਕੁਆਇਟ ਨੋ ਲੋਂਗਰ, ਹੀ ਵੈਂਟ ਨੈਕਸਟ ਡੋਰ ਟੂ ਸੀ ਹਿਜ਼ ਬੈਸਟ ਫਰੈਂਡ। ਹੁਣ ਜਦੋਂ ਮਨ ਵਿੱਚ ਚੱਲ ਪਿਆ ਤਾਂ ਫਿਰ ਆਪਦੇ ਦੋਸਤ ਨੂੰ ਮਿਲਣ ਦਾ ਦਿਲ ਕਰ ਪਿਆ ਹੁੰਦਾ। ਇਹ ਚੀਜ਼ ਆਪਦੇ ਆਪ ਵਿੱਚ ਨਹੀਂ ਰੱਖੀ ਜਾਂਦੀ ਪਈ ਸੀ ਉਹਦੇ ਕੋਲ, ਤਾਂ ਫਿਰ ਉਹ ਆਪਦੇ ਦੋਸਤ ਨੂੰ ਮਿਲਣ ਜਾਂਦਾ ਜਿਹੜਾ ਗੁਆਂਢ 'ਚ ਹੈ। ਟਿੰਗਲਿੰਗ ਵਿਦ ਐਕਸਾਈਟਮੈਂਟ ਫਿਲਿਪ ਟੋਲਡ ਹਿਜ਼ ਸੀਕਰਟ, ਆਈ ਐਮ ਗੋਇੰਗ ਟੂ ਜੁਆਇਨ ਏ ਸਰਕਸ ਟੁਮਾਰੋ ਨਾਈਟ ਐਡ। ਹੁਣ ਐਡ ਹੈ ਜਿਹੜਾ ਉਹਦਾ ਦੋਸਤ ਹੈ, ਨਾਮ ਯਾਦ ਰੱਖਣਾ, ਐਡ। ਹੁਣ ਕੀ ਕਹਿੰਦਾ ਹੈ ਵੀ ਮੈਂ ਕੱਲ ਸਰਕਸ ਜੁਆਇਨ ਕਰਨੀ ਹੈ। ਆਈ ਵਿਲ ਮੇਕ ਅ ਲੋਟ ਆਫ ਮਨੀ, ਮੈਂ ਬੜਾ ਧਨ ਕਮਾਊਂਗਾ। ਐਂਡ ਬਿਕਮ ਦ ਲੀਡਰ ਆਫ ਏ ਸਰਕਸ ਬੈਂਡ, ਤੇ ਮੈਂ ਐਂਡ ਵਿੱਚ ਕੀ ਬਣੂੰਗਾ, ਸਰਕਸ ਬੈਂਡ ਦਾ ਲੀਡਰ ਬਣੂੰਗਾ। ਦੈਨ ਹੀ ਕੁਐਸ਼ਨਡ ਐਡ ਨਾਟ ਟੂ ਟੈਲ, ਫਿਰ ਉਹਨੇ ਐਡ ਨੂੰ ਕੁਐਸ਼ਨ ਕਰਦਾ ਹੈ ਵੀ ਤੂੰ ਦੱਸਣਾ ਨਹੀਂ ਕਿਸੇ ਨੂੰ। ਐਡਸ ਆਈਬ੍ਰੋਜ਼ ਆਰਕਡ ਐਂਡ ਹਿਜ਼ ਮਾਊਥ ਫਲਿਊ ਓਪਨ। ਐਡ ਦੀਆਂ ਅੱਖਾਂ ਆਈਬ੍ਰੋਜ਼ ਉਹ ਉੱਪਰ ਦੀਆਂ ਉੱਪਰ ਰਹਿ ਜਾਂਦੀਆਂ ਤੇ ਉਸਦਾ ਮੂੰਹ ਖੁੱਲ੍ਹਾ ਰਹਿ ਜਾਂਦਾ ਹੈ। ਉਹ ਬੜਾ ਹੈਰਾਨ ਹੋ ਜਾਂਦਾ ਹੈ। ਦ ਨਿਊਜ਼ ਇੰਪ੍ਰੈਸਡ ਹਿਮ ਗ੍ਰੇਟਲੀ, ਨਿਊਜ਼ ਉਹਨੂੰ ਬੜੀ ਵਧੀਆ ਲੱਗਦੀ ਹੈ। ਇਟ ਵਾਜ਼ ਸੋ ਮਚ ਔਨ ਹਿਜ਼ ਮਾਈਂਡ ਦੈਟ ਹੀ ਐਕਸੀਡੈਂਟਲੀ ਲੈਟ ਦ ਸੀਕਰਟ ਆਊਟ ਐਟ ਸਪਰ ਟਾਈਮ। ਪਰੰਤੂ ਕੀ ਹੁੰਦਾ, ਉਹ ਘਰੇ ਜਾ ਕੇ ਆਪਦੇ ਘਰੇ ਦੱਸ ਦਿੰਦਾ, ਐਡ ਆਪਦੇ ਘਰੇ ਦੱਸ ਦਿੰਦਾ। ਲੇਟਰ ਦੈਟ ਇਵਨਿੰਗ ਆਫਟਰ ਐਡ ਵਾਜ਼ ਅਸਲੀਪ ਹਿਜ਼ ਮਦਰ ਪੇਡ ਏ ਵਿਜ਼ਿਟ ਟੂ ਮਿਸਟਰ ਸੋਸਾ। ਹੁਣ ਜਦੋਂ ਐਡ ਸੌ ਜਾਂਦਾ ਤਾਂ ਫਿਰ ਐਡ ਦੀ ਮਾਤਾ ਕਿਹਨੂੰ ਮਿਲਣ ਆਉਂਦੀ ਹੈ, ਮਿਸਿਸ ਸੋਸਾ ਨੂੰ। ਕਿਹਦੀ ਮਦਰ ਨੂੰ, ਮਿਸਟਰ ਜਿਹੜਾ ਆਪਣਾ ਹੈਗਾ ਫਿਲਿਪ ਸੋਸਾ, ਉਹਦੇ ਮਦਰ ਨੂੰ ਮਿਲਣ ਆਉਂਦੀ। ਕਿਉਂਕਿ ਇਹ ਗੱਲ ਦੱਸਣੀ ਬਣਦੀ ਹੈ, ਮਾਤਾ ਐਡ ਦੀ ਮਾਤਾ ਆ ਕੇ ਹੁਣ ਦੱਸੂਗੀ ਨਾ ਵੀ ਐਂ ਚੱਲਿਆ ਤੁਹਾਡਾ ਮੁੰਡਾ ਤਾਂ। ਨੈਕਸਟ ਪੈਰਾ, ਨੈਕਸਟ ਪੇਜ। The next morning, Philip lay in his bed, dreaming a delightful dream about being the director of a big circus band. Suddenly he heard his father's gentle voice, "Good morning, son." ਹੁਣ ਦੇਖੋ ਅਗਲੀ ਸਵੇਰ ਬੱਚਾ ਆਪਦੇ ਸੁਪਨਿਆਂ ਦੇ ਵਿੱਚ ਉਵੇਂ ਸੁੱਤਾ ਪਿਆ ਹੁੰਦਾ ਹੈ, ਸੋਚਦਾ ਪਿਆ ਹੁੰਦਾ ਮੈਂ ਬਿਗ ਸਰਕਸ ਬੈਂਡ ਦਾ ਡਾਇਰੈਕਟਰ ਬਣੂੰਗਾ। ਸਵੇਰੇ ਅਚਾਨਕ ਹੀ ਆ ਕੇ ਉਸਦੇ ਪਿਤਾ ਉਹਨੂੰ ਜਗਾਉਂਦੇ ਹੈ, ਗੁੱਡ ਮਾਰਨਿੰਗ ਸਨ। ਗੁੱਡ ਮਾਰਨਿੰਗ ਪਾਪਾ, ਫਿਲਿਪ ਰਿਪਲਾਈਡ। ਵੈਨ ਯੂ ਡਰੈਸ ਟੂਡੇ, ਮਿਸਟਰ ਸੋਸਾ ਸੈਡ, ਪੁੱਟ ਔਨ ਯੂਅਰ ਸੰਡੇ ਕਲੋਥਸ। ਹੁਣ ਦੱਸਦਾ ਪਿਤਾ ਕੀ ਕਹਿੰਦਾ ਵੀ ਜਦੋਂ ਤੂੰ ਅੱਜ ਸਵੇਰੇ ਆਪਦੇ ਕੱਪੜੇ ਪਾਏ ਤਾਂ ਕਿਹੜੇ ਕੱਪੜੇ ਪਾਏਗਾ ਤੂੰ, ਸੰਡੇ ਵਾਲੇ, ਜਿਹੜੇ ਸੰਡੇ ਵਾਲੇ ਦਿਨ ਪਾਈਦੇ ਆ। Philip was certain that it was not Sunday, but he obeyed his father's request. As he went down stairs to eat breakfast, he kept wondering, why did Papa want me to put on my Sunday clothes? ਹੁਣ ਉਸਦੇ ਪਿਤਾ ਨੇ ਉਹਨੂੰ ਕੀ ਕਿਹਾ ਹੁੰਦਾ ਵੀ ਤੂੰ ਸੰਡੇ ਵਾਲੇ ਕਲੋਥਸ ਪਾਈ। ਉਹਨੂੰ ਫਿਲਿਪ ਨੂੰ ਪਤਾ ਵੀ ਅੱਜ ਸੰਡੇ ਤਾਂ ਹੈ ਨਹੀਂ, ਪਰ ਮੇਰੇ ਪਿਤਾ ਨੇ ਮੈਨੂੰ ਸੰਡੇ ਕਲੋਥਸ ਪਾਉਣ ਵਾਸਤੇ ਕਿਉਂ ਕਿਹਾ। ਮਿਸਟਰ ਸੋਸਾ chatted with Philip in a friendly way until the end of the meal. Then he said abruptly, "We will take a walk." ਹੁਣ ਜਦੋਂ ਉਹ ਭੋਜਨ ਖਾ ਰਹੇ ਹੁੰਦੇ ਆ, ਭੋਜਨ ਤੋਂ ਬਾਅਦ ਉਸਦਾ ਪਿਤਾ ਉਹਨੂੰ ਕਹਿੰਦਾ ਆਪਾਂ ਤੁਰਨ ਜਾਂਦੇ ਹਾਂ। They had walked only a few blocks when Philip realized that they were headed towards the United States Marine Barracks. ਹੁਣ ਉਸਦੇ ਪਿਤਾ ਉਹਨੂੰ ਤੁਰਦੇ ਤੁਰਦੇ ਲੈ ਕੇ ਜਾ ਰਹੇ ਆ ਤਾਂ ਫਿਲਿਪ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ, ਯੂਨਾਈਟਿਡ ਸਟੇਟਸ ਮੈਰੀਨ ਬੈਰਕਸ ਵਾਲੇ ਪਾਸੇ ਜਾ ਰਹੇ ਹਾਂ, ਯੂਨਾਈਟਿਡ ਸਟੇਟਸ ਦੀਆਂ। The boy wondered why his father was taking him there. He soon learned. Within an hour, Philip was enlisted as an apprentice to study music in the marine band. ਹੁਣ ਮੈਰੀਨ ਬੈਂਡ ਵਿੱਚ ਉਸਦੇ ਪਿਤਾ ਨੇ ਉਸਨੂੰ ਅਪ੍ਰੈਂਟਿਸ ਕਰਵਾ ਦਿੱਤਾ। ਕਹਿਣ ਦਾ ਮਤਲਬ ਹੁਣ ਫਿਲਿਪ
यूएस ਦੇ ਮੈਰਿਨ ਬੈਂਡ ਵਿੱਚ ਮਿਊਜ਼ਿਕ ਸਿੱਖੇਗਾ, ਸਟੱਡੀ ਕਰੇਗਾ। ਮਿਸਟਰ ਸੋਸਾ had confidence in his son's strong sense of duty. He knew the boy would not desert the Marin to run away with a circus. ਹੁਣ ਉਸਦੇ ਪਿਤਾ ਨੂੰ ਇੰਨਾ ਵਿਸ਼ਵਾਸ ਸੀ ਵੀ ਭਾਵੇਂ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਵੀ ਇਹ ਸਰਕਸ ਵਾਲੇ ਬੰਦੇ ਨਾਲ ਇਹਦੀ ਗੱਲ ਹੋਈ ਹੈ, ਪਰ ਉਸ ਨੂੰ ਇੰਨਾ ਵੀ ਵਿਸ਼ਵਾਸ ਸੀ ਵੀ ਜੇ ਮੈਂ ਹੁਣ ਇਹਨੂੰ ਕਹਿ ਦਿੱਤਾ ਨਾ ਵੀ ਹੁਣ ਵੀ ਇਸ ਤਰ੍ਹਾਂ ਆਪਾਂ ਮੈਰਿਨ ਬੈਂਡ ਵਿੱਚ ਜਾਣਾ ਹੈ, ਉੱਥੇ ਮਿਊਜ਼ਿਕ ਸਿੱਖਣਾ ਹੈ, ਤਾਂ ਉਸ ਦੇ ਵਿੱਚ ਇੰਨੀ ਡਿਊਟੀ ਦੀ ਭਾਵਨਾ ਹੈਗੀ ਹੈ ਕਿ ਉਹ ਸਰਕਸ ਦੀ ਖਾਤਰ ਉਹ ਮੈਰਿਨ ਬੈਂਡ ਨੂੰ ਛੱਡ ਕੇ ਨਹੀਂ ਜਾਊਗਾ। Years sped by and eventually Philip Sosa became the leader of the Marin Band. ਹੁਣ ਦੇਖੋ ਫਿਲਿਪ ਸੋਸਾ ਹੁਣ ਮਿਊਜ਼ਿਕ ਕਿੱਥੇ ਸਿੱਖ ਰਿਹਾ ਸੀਗਾ, ਮੈਰਿਨ ਬੈਂਡ ਵਾਸਤੇ ਸਿੱਖ ਰਿਹਾ ਸੀ, ਉੱਥੋਂ ਦਾ ਉਹ ਲੀਡਰ ਬਣ ਗਿਆ। This band is the official band of the President of the United States. ਹੁਣ ਜਿਹੜਾ US ਮੈਰਿਨ ਬੈਂਡ ਹੈ ਨਾ, ਇਹ ਨਾਮ ਕਿਹਦਾ ਹੈ? ਇਹ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ ਜਿਹੜਾ ਹੈਗਾ ਹੈ, ਯੂਨਾਈਟਿਡ ਸਟੇਟਸ ਦੇ ਪ੍ਰੈਜ਼ੀਡੈਂਟ ਹੈ, ਉਹਦਾ ਓਫੀਸ਼ੀਅਲ ਬੈਂਡ ਹੈ ਨਾ। ਜਦੋਂ ਉਹ ਜਾਂਦਾ ਹੈ ਕਿਤੇ ਪ੍ਰੈਜ਼ੀਡੈਂਟ, ਤਾਂ ਜਿਹੜਾ ਬੈਂਡ ਵੱਜਦਾ ਹੈ ਉਹ ਬੈਂਡ ਨੂੰ ਵਾਸਤੇ ਕਿਹਦੀ ਡਿਊਟੀ ਹੈ? US ਮੈਰਿਨ ਬੈਂਡ ਦੀ। ਉਹਦੇ ਵਿੱਚ ਉਹ ਲੀਡਰ ਬਣ ਗਿਆ। ਕੌਣ? ਜੋਹਨ ਫਿਲਿਪ ਸੋਸਾ। Sosa served as bandmaster for 5 different presidents. During these years, the big band went abroad several times and became famous all over the world. ਹੁਣ ਫਿਲਿਪ ਸੋਸਾ ਬਾਰੇ ਹੋਰ ਕੀ ਦੱਸਿਆ? ਉਹਨੇ 5 ਵੱਖ-ਵੱਖ ਪ੍ਰੈਜ਼ੀਡੈਂਟਸ ਵਾਸਤੇ ਕੰਮ ਕੀਤਾ। ਵੀ ਮੰਨ ਲਓ ਪ੍ਰੈਜ਼ੀਡੈਂਟ ਆ ਕੇ ਬਦਲ ਜਾਂਦੇ ਸੀ, ਇਹਦੀ ਡਿਊਟੀ ਉਵੇਂ ਚੱਲੀ ਹੋਈ ਸੀ, ਇਹ ਉਹਨਾਂ ਦਾ ਬੈਂਡ ਮਾਸਟਰ ਰਿਹਾ। ਹੁਣ ਆਪਾਂ ਅੱਗੋਂ ਪੜ੍ਹਦੇ ਹਾਂ। ਤੇ ਉਹ ਸਾਰੇ ਦੇਸ਼ਾਂ ਦੇ ਵਿੱਚ, ਉਹ ਦੂਜੇ ਦੇਸ਼ਾਂ ਦੇ ਵਿੱਚ ਵੀ ਘੁੰਮਦੇ ਸੀ, ਇਸ ਕਰਕੇ ਉਹ ਬੜਾ ਇੱਕ ਪ੍ਰਸਿੱਧ ਫੇਮਸ ਹੋ ਗਿਆ ਆਲ ਓਵਰ ਦਾ ਵਰਲਡ। ਸੋਸਾ ਆਲਸੋ ਬਿਕੇਮ ਫੇਮਸ ਐਜ਼ ਅ ਕੰਪੋਜ਼ਰ। ਹੁਣ ਸੋਸਾ ਕੰਪੋਜ਼ਰ ਦੇ ਤੌਰ ਤੇ ਫੇਮਸ ਹੋ ਗਿਆ। ਉਹ ਆਪ ਕੰਪੋਜ਼ ਕਰਦਾ ਸੀ, ਮਿਊਜ਼ਿਕ ਆਪ ਬਣਾਉਂਦਾ ਸੀ, ਧੁਨ ਮਿਊਜ਼ਿਕ ਦੀ ਧੁਨ ਆਪ ਬਣਾਉਂਦਾ ਸੀ ਉਹ। ਹੀ ਰੋਟ ਮੋਰ ਦੈਨ 100 ਮਾਰਚਸ ਐਂਡ ਹੀ ਵਾਜ਼ ਨੋਨ ਐਜ਼ ਦਾ ਮਾਰਚ ਕਿੰਗ। ਹੁਣ ਮਾਰਚ ਕਿੰਗ ਕਿਵੇਂ ਬਣ ਗਿਆ, ਰਾਜਾ ਕਿਵੇਂ ਬਣ ਗਿਆ? ਕਿਉਂਕਿ ਉਹਨੇ ਬੜੇ ਸਾਰੇ ਮਾਰਚ ਲਿਖੇ, 100 ਮਾਰਚ ਲਿਖੇ, ਮੋਰ ਦੈਨ 100 ਮਾਰਚ। ਹੀ ਰੋਟ ਵਨ ਆਫ ਹਿਜ਼ ਫਾਈਨੈਸਟ ਮਾਰਚ ਫॉर ਅ ਸਪੈਸ਼ਲ ਓਕੇਜ਼ਨ। ਉਸਨੇ ਇੱਕ ਸਪੈਸ਼ਲ ਓਕੇਜ਼ਨ ਵਾਸਤੇ ਇੱਕ ਬਹੁਤ ਵਧੀਆ ਮਾਰਚ ਲਿਖਿਆ। ਦ ਵਾਸ਼ਿੰਗਟਨ ਪੋਸਟ, ਇਹ ਨਿਊਜ਼ ਪੇਪਰ, ਹੁਣ ਆ ਯਾਦ ਰੱਖਣਾ ਬੇਟੇ, ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ। ਦ ਵਾਸ਼ਿੰਗਟਨ ਪੋਸਟ ਇਹ ਕਾਹਦਾ ਨਾਮ ਹੈ? ਇਹ ਇੱਕ ਨਿਊਜ਼ ਪੇਪਰ ਹੈ। ਦੈਟ ਇਜ਼ ਪਬਲਿਸ਼ਡ ਇਨ ਦ ਨੇਸ਼ਨਸ ਕੈਪੀਟਲ। ਵਾਸ਼ਿੰਗਟਨ ਦੇ ਵਿੱਚ ਛਪਦਾ ਅਖਬਾਰ। ਹੈਲਡ ਐਨ ਐਸੇ ਕੰਟੈਸਟ। ਹੁਣ ਇਹ ਅਖਬਾਰ ਹੈ, ਇਹ ਇੱਕ ਐਸੇ ਕੰਟੈਸਟ ਨੇ ਕਰਵਾਇਆ। ਪ੍ਰਾਈਜ਼ਸ ਵਰ ਆਫਰਡ ਫॉर ਦ ਬੈਸਟ ਐਸੇਜ਼ ਰਿਟਨ ਬਾਈ ਪੀਪਲਸ ਇਨ ਦ ਵਾਸ਼ਿੰਗਟਨ ਸਕੂਲਸ। ਉਹ ਵਿਦਿਆਰਥੀਆਂ ਵਾਸਤੇ ਇਨਾਮ ਰੱਖੇ ਗਏ ਸੀਗੇ ਜਿਨ੍ਹਾਂ ਦੇ ਐਸੇ ਬੈਸਟ ਹੋਣੇ ਸੀ। A big day was planned for awarding the prizes. ਇੱਕ ਵੱਡਾ ਦਿਨ ਰੱਖਿਆ ਗਿਆ ਪ੍ਰਾਈਜ਼ਸ ਨੂੰ ਅਵਾਰਡ ਕਰਨ ਵਾਸਤੇ, ਵੰਡਣ ਵਾਸਤੇ। One of the events was to be program of music played by the Marin Band. ਉਹਨਾਂ ਵਿੱਚ ਇੱਕ ਪ੍ਰੋਗਰਾਮ ਕਿਹੜਾ ਸੀਗਾ? ਵੀ ਉੱਥੇ ਮੈਰਿਨ ਬੈਂਡ ਨੇ ਮਿਊਜ਼ਿਕ ਦੇਣਾ ਹੈ, ਉਹਨਾਂ ਨੇ ਮਿਊਜ਼ਿਕ ਵਜਾਣਾ ਹੈ। ਭਾਵੇਂ ਇਹ ਵਾਸ਼ਿੰਗਟਨ ਜਿਹੜਾ ਹੈਗਾ ਤਾਂ ਇਹ ਹੈਗਾ ਪ੍ਰੈਜ਼ੀਡੈਂਟ ਦਾ ਬੈਂਡ, ਪਰ ਐਸ ਮੈਰਿਨ ਬੈਂਡ ਨੇ ਉਸ ਵਾਸ਼ਿੰਗਟਨ ਪੋਸਟ ਮਾਰਚ ਦੇ ਪੋਸਟ ਵਾਸਤੇ ਜਿਹੜਾ ਐਸੇ ਕੰਪੀਟੀਸ਼ਨ ਹੋਇਆ ਸੀਗਾ, ਉਹਦੇ ਫੰਕਸ਼ਨ ਦੇ ਵਿੱਚ ਜਿਹੜੇ ਪ੍ਰਾਈਜ਼ ਡਿਸਟਰੀਬਿਊਸ਼ਨ ਹੋਣਾ ਸੀਗਾ, ਉਹਦੇ ਵਿੱਚ ਮਿਊਜ਼ਿਕ ਇਹਨਾਂ ਦਾ ਸੀਗਾ। ਸੋਸਾ ਵਾਜ਼ ਆਸਕਡ ਟੂ ਕੰਪੋਜ਼ ਅ ਮਾਰਚ ਇਨ ਓਨਰ ਆਫ ਦਾ ਹੈਪੀ ਓਕੇਜ਼ਨ। ਸੋਸਾ ਦੀ ਡਿਊਟੀ ਲੱਗੀ ਸੀਗੀ ਵੀ ਤੂੰ ਕੰਪੋਜ਼ ਕਰਨਾ ਹੈ ਐਸ ਜਿਹੜਾ ਓਕੇਜ਼ਨ ਵਾਸਤੇ, ਐਸ ਜੋ ਪ੍ਰੋਗਰਾਮ ਹੈਗਾ ਉਹਦੇ ਵਾਸਤੇ ਸੋਸਾ ਦੀ ਡਿਊਟੀ ਸੀ। This idea appealed to him greatly, so he set about composing this march. ਤਾਂ ਫਿਰ ਉਸਨੇ ਇਸ ਮਾਰਚ ਨੂੰ ਕੰਪੋਜ਼ ਕਰਨਾ ਸ਼ੁਰੂ ਕੀਤਾ। The great day finally came. The blue sky was dotted with fluffy clouds. ਹੁਣ ਜਿਹੜਾ ਉਹ ਦਿਨ ਆ ਗਿਆ ਜਿਸ ਦਿਨ ਇਹ ਫੰਕਸ਼ਨ ਹੋਣਾ ਸੀ। ਕਲਾਊਡਸ ਜਿਹੜੇ ਸੀਗੇ ਆਕਾਸ਼ ਦੇ ਵਿੱਚ ਸੀਗੇ, ਬਲੂ ਸਕਾਈ ਸੀ, ਫਲਫੀ ਕਲਾਊਡਸ। And a breeze was blowing. ਹਵਾ ਚੱਲ ਰਹੀ ਸੀ। People poured into the area around the big band. Soon thousands were waiting to hear the music. ਬੜਾ ਲੋਕਾਂ ਦਾ ਇਕੱਠ ਸੀ
ਤੇ ਹਜ਼ਾਰਾਂ ਲੋਕ ਵੇਟ ਕਰ ਰਹੇ ਸੀ ਵੀ ਉਹਨਾਂ ਦੀ ਮਿਊਜ਼ਿਕ ਸੁਣਨ ਦੀ। ਨੈਕਸਟ ਪੇਜ। The children of Washington had been looking forward to this day for a long time. ਹੁਣ ਜਿਵੇਂ ਕਿਸੇ ਟਾਈਮ ਫਿਲਿਪ ਬੱਚਾ ਸੀ ਤੇ ਉਸਨੇ ਮਾਰਚ ਨੂੰ ਵੇਖ ਕੇ ਮਨ ਵਿੱਚ ਸੋਚ ਲਿਆ ਸੀ ਮੈਂ ਮਿਊਜ਼ਿਕ ਮੇਰਾ ਪੈਸ਼ਨ ਹੈ ਤੇ ਮੈਂ ਮਿਊਜ਼ੀਸ਼ੀਅਨ ਬਣੂੰਗਾ, ਉਵੇਂ ਹੁਣ ਬੱਚੇ ਫਿਰ ਵਾਸ਼ਿੰਗਟਨ ਦੇ ਬੱਚੇ ਜਿਹੜੇ ਆ ਉਹ ਉਡੀਕ ਕਰ ਰਹੇ ਸੀ ਇਸ ਦਿਨ ਦੀ ਕਈ ਦਿਨਾਂ ਤੋਂ। ਐਂਡ ਨੀਅਰਲੀ ਆਲ ਆਫ them were there, ਤੇ ਸਾਰੇ ਬੱਚੇ ਉੱਥੇ ਸਨ। The trees around the bandstand were filled with the boys who had climbed up to get a good view of the famous March King. ਬੱਚੇ ਟਰੀਜ਼ ਦੇ ਉੱਪਰ ਚੜੇ ਹੋਏ ਸਨ ਤਾਂ ਕਿ ਉਹਨਾਂ ਨੂੰ ਇੱਕ ਵਧੀਆ ਵਿਊ ਮਿਲ ਸਕੇ, ਦੇਖ ਮਿਲ ਸਕੇ ਮਾਰਚ ਕਿੰਗ ਦੀ। ਮਾਰਚ ਕਿੰਗ ਕੌਣ ਹੈ? ਜੋਹਨ ਫਿਲਿਪ ਸੋਸਾ। ਉਹ ਮਾਰਚ ਕਿੰਗ ਬਣ ਚੁੱਕਿਆ। ਕਿਵੇਂ ਬਣਿਆ? ਉਹਨੇ ਬੜੇ ਸਾਰੇ ਮਾਰਚ ਲਿਖੇ, ਉਹ ਫੇਮਸ ਹੋ ਗਿਆ ਤਾਂ ਉਹਨੂੰ ਮਾਰਚ ਕਿੰਗ ਬੋਲਣ ਲੱਗ ਪਏ। ਆਫਟਰ ਦਾ ਵਾਸ਼ਿੰਗਟਨ ਪੋਸਟ ਮਾਰਚ, ਇਹ ਹੁਣ ਜਿਹੜਾ ਮਾਰਚ ਜਿਹੜਾ ਲਿਖਿਆ ਗਿਆ, ਦਾ ਵਾਸ਼ਿੰਗਟਨ ਪੋਸਟ ਅਖਬਾਰ ਨੇ ਜਿਹੜਾ ਕੰਪੀਟੀਸ਼ਨ ਕਰਾਇਆ ਸੀ ਉਹਦੇ ਵਿੱਚ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਮਿਊਜ਼ਿਕ ਦੇਣਾ ਸੀ, ਉਹਦੇ ਵਿੱਚ ਜਿਹੜਾ ਮਾਰਚ ਲਿਖਣਾ ਸੀ ਉਹ ਜੋਹਨ ਫਿਲਿਪ ਸੋਸਾ ਨੇ ਲਿਖਿਆ ਸੀ। ਤਾਂ ਉਸ ਮਾਰਚ ਦਾ ਨਾਮ ਕੀ ਰੱਖਿਆ ਗਿਆ? ਦਾ ਵਾਸ਼ਿੰਗਟਨ ਪੋਸਟ ਮਾਰਚ ਵਾਜ਼ ਪਲੇਡ। ਐਵਰੀਬody ਅਪਲਾਉਡਡ ਵਾਈਡਲੀ। ਹਰ ਕੋਈ ਜਣਾ ਉਸ ਨੂੰ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕਰ ਰਿਹਾ ਸੀ। The boys in the trees listened and watched with sparkling eyes. ਜਿਹੜੇ ਲੜਕੇ ਸੀਗੇ ਟਰੀਜ਼ ਦੇ ਵਿੱਚ ਬੈਠੇ ਹੋਏ ਸੁਣ ਰਹੇ ਸਨ, ਦਰਖਤਾਂ ਦੇ ਉੱਪਰ ਬੈਠੇ ਹੋਏ ਸੁਣ ਰਹੇ ਸਨ, ਦੇਖ ਰਹੇ ਸਨ। ਉਹਨਾਂ ਦੀਆਂ ਆਈਜ਼ ਸਪਾਰਕਲਿੰਗ ਸਨ, ਉਹਨਾਂ ਦੀਆਂ ਅੱਖਾਂ ਵਿੱਚ ਚਮਕ ਸੀ। ਸਪਾਰਕਲਿੰਗ ਮੈਨੇ ਚਮਕਦਾ। ਐਜ਼ ਦੇ ਅਪਲਾਉਡਡ, ਜਦੋਂ ਉਹ ਅਪਲਾਉਡ ਕਰ ਰਹੇ ਸਨ, ਤਾੜੀਆਂ ਮਾਰ ਰਹੇ ਸਨ, ਵਾਹ ਵਾਹ ਕਰ ਰਹੇ ਸਨ। ਪਰਹੈਪਸ ਸਮ ਆਫ them would to become musician. ਸ਼ਾਇਦ ਉਹਨਾਂ ਵਿੱਚੋਂ ਕਈਆਂ ਨੇ ਇਹ ਸੋਚ ਲਿਆ ਹੋਊਗਾ ਵੀ ਉਹ ਕੀ ਬਣਨਗੇ? ਮਿਊਜ਼ੀਸ਼ੀਅਨ। ਵੋਰਡ ਟੂ, ਉਹਨਾਂ ਨੇ ਡਿਸਾਈਡ ਕਰ ਲਿਆ ਹੋਣਾ ਵੀ ਅਸੀਂ ਵੀ ਮਿਊਜ਼ੀਸ਼ੀਅਨ ਬਣਾਂਗੇ। ਜਸਟ ਐਜ਼ ਜੋਹਨ ਫਿਲਿਪ ਸੋਸਾ ਹੈਡ ਡਨ ਮੈਨੀ ਈਅਰਸ ਬਿਫੋਰ, ਜਿਵੇਂ ਕਿ ਜੋਹਨ ਫਿਲਿਪ ਸੋਸਾ ਨੇ ਕਈ ਸਾਲ ਪਹਿਲਾਂ ਸੋਚਿਆ ਸੀ। ਤਾਂ ਜਿਹੜਾ ਕੁਝ ਉਹਨੇ ਸੋਚਿਆ ਸੀ ਉਹ ਬਣ ਗਿਆ ਸੀ। ਇਸੇ ਤਰ੍ਹਾਂ ਜਿਹੜੇ ਹੁਣ ਦੇ ਬੱਚੇ ਹੈ ਉਹਨਾਂ ਦੇ ਮਨ ਵਿੱਚ ਵੀ ਇਹ ਸੁਪਨੇ ਉੱਠ ਪਏ ਹੋਣੇ ਹੈ ਜਾਂ ਸੁਪਨਿਆਂ ਨੇ ਸਥਾਨ ਲੈ ਲਿਆ ਹੋਣਾ ਵੀ ਉਹ ਕੀ ਬਣਨਗੇ? ਮਿਊਜ਼ੀਸ਼ੀਅਨ ਬਣਨਗੇ। ਤਾਂ ਇਸ ਨਾਲ ਬੇਟੇ ਆਪਣਾ ਲੈਸਨ ਕੰਪਲੀਟ ਹੁੰਦਾ। ਮੈਂ ਤੁਹਾਨੂੰ ਫਿਰ ਨੈਕਸਟ ਵੀਡੀਓ ਵਿੱਚ ਤੁਹਾਨੂੰ ਮੈਂ ਇਸ ਦੇ ਕੁਐਸਚਨ ਸਮਝਾਊਂਗਾ। ਉਹਨਾਂ ਦੇਰ ਤੱਕ ਇਹਨੂੰ ਧਿਆਨ ਨਾਲ ਸੁਣੋ। ਥੈਂਕ ਯੂ।